ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਕਿ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਸਦਕੇ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਵਾਸਾਂ ਰੂਪੀ ਰਤਨਾਂ ਨੂੰ ਸਫਲ ਕਰ ਰਹੇ ਹਾਂ। ਔਰ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕੇ ਜਿੱਥੇ ਆਪਾਂ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਿਆ ਹੈ, ਉਸ ਦੇ ਨਾਲ ਨਾਲ ਪਾਤਸ਼ਾਹ ਜੀ ਦਾ ਉਹ ਅਗੰਮੀ ਹੁਕਮ ਸੰਗਤੀ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਜੋ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤ ਰੂਪ ਦੇ ਵਿੱਚ ਆਪਾਂ ਇਸ ਗੁਰਮਤਿ ਜੀਵਨ ਜਾਚ ਸਮਾਗਮ ਦੇ ਵਿੱਚ ਜੁੜ ਬੈਠੇ ਹਾਂ, ਤਾਂ ਕਿ ਪਾਤਸ਼ਾਹ ਜੋ ਗੁਰਬਾਣੀ ਗੁਰੂ ਦੁਆਰਾ ਸਾਡਾ ਕਲਯੁਗੀ ਜੀਵਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ, ਸਾਨੂੰ ਉਸ ਮਾਰਗ ਦੀ, ਉਸ ਜੀਵਨ ਦੀ ਸੋਝੀ ਆ ਜਾਏ, ਤਾਂ ਕਿ ਅਸੀਂ ਮਨ ਮਤ ਨੂੰ ਤਿਆਗ ਕੇ ਗੁਰਮਤ ਦੇ ਧਾਰਨੀ ਬਣ ਕੇ ਗੁਰਸਿੱਖੀ ਜੀਵਨ ਕਮਾ ਸਕੀਏ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਿਰ ਆਪਾਂ ਇੱਕ ਵਾਰ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਦਾ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਇਸ ਜੀਵਨ ਦੇ ਵਿੱਚ ਗੁਰਮਤ ਦਾ ਵਾਸਾ ਹੋ ਜਾਏ, ਆਪਣੇ ਮਨ ਦੀ ਮਤ ਨੂੰ ਤਿਆਗ ਕੇ ਜੀਵਨ ਦਾ ਸੁੱਖ, ਜੀਵਨ ਦਾ ਆਨੰਦ ਮਾਣ ਸਕੀਏ। ਆਓ ਬੇਨਤੀਆਂ ਜੋਦੜੀਆਂ ਦੇ ਰੂਪ ਦੇ ਵਿੱਚ ਆਪਾਂ ਸੰਗਤੀ ਰੂਪ ਦੇ ਵਿੱਚ ਸਵਾਸ ਗਰਾਸ ਸਿਮਰਨ ਕਰੀਏ। ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਸੰਗਤ ਵਿੱਚ ਆਉਂਦੇ ਹਾਂ, ਆ ਕੇ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੋਝੀ ਆਉਂਦੀ ਹੈ ਕਿ ਦੁਨੀਆ ਦਾ ਕੋਈ ਇੱਕ ਵੀ ਕਾਰਜ ਇਹੋ ਜਿਹਾ ਨਹੀਂ ਜਿਹੜਾ ਵਿਧੀ ਤਰੀਕੇ ਜੁਗਤੀ ਤੋਂ ਬਗੈਰ ਸਿਰੇ ਲੱਗ ਜਾਏ। ਫਿਰ ਸਾਡਾ ਜੀਵਨ ਤੇ ਭਵਸਾਗਰ ਤ੍ਰੈ ਗੁਣਾਂ ਦੇ ਵਿੱਚ ਹੈ। 84 ਦੀ ਬਾਜੀ ਜਿੱਤਣ ਲਈ ਅਸੀਂ ਇਸ ਮਾਤ ਲੋਕ 'ਤੇ ਆਏ ਹਾਂ, ਫਿਰ ਇਹ ਵਿਧੀ ਤਰੀਕੇ ਤੋਂ ਬਗੈਰ ਕਿਵੇਂ ਜਿੱਤ ਸਕਦੇ ਹਾਂ? ਕਈ ਵਾਰ ਆਪਾਂ ਦੇਖਦੇ ਹਾਂ ਬਹੁਤ ਚੰਗੇ ਪ੍ਰਚਾਰਕ ਵੀ ਇਹ ਗੱਲ ਆਖ ਦਿੰਦੇ ਨੇ, ਜੇ ਜਪਣਾ ਤਾਂ ਵਿਧੀ ਦੀ ਕੀ ਲੋੜ ਹੈ? ਕਿਹੜਾ ਕਾਰਜ ਹੈ ਦੁਨੀਆ ਦਾ ਜਿਹੜਾ ਵਿਧੀ ਤੋਂ ਬਗੈਰ ਆਪਾਂ ਕਰ ਸਕਦੇ ਹਾਂ? ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਵਿਧੀ ਤਰੀਕਾ ਬਣਾਇਆ ਹੈ। ਸਤਿਗੁਰਾਂ ਦੀ ਬਾਣੀ ਨੂੰ ਅਸੀਂ ਝੁਠਲਾ ਨਹੀਂ ਸਕਦੇ। ਪਾਤਸ਼ਾਹ ਕੀ ਕਹਿ ਰਹੇ ਨੇ?
ਸਤਿਗੁਰਾਂ ਦਾ ਫੈਸਲਾ ਬਿਨ ਨਾਮੈ ਮੁਕਤ ਨਾ ਪਾਵੈ ਕੋਈ। ਬਿਨ ਸਤਿਗੁਰ ਕੋਈ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਵਿਧੀ ਅਕਾਲ ਪੁਰਖ ਨੇ ਬਣਾਈ ਹੈ ਕਿ ਨਾਮ ਤੋਂ ਬਗੈਰ ਕੋਈ ਮੁਕਤ ਨਹੀਂ ਹੋ ਸਕਦਾ, ਅਤੇ ਨਾਮ ਤੋਂ ਬਗੈਰ, ਸਤਿਗੁਰਾਂ ਤੋਂ ਬਗੈਰ ਕੋਈ ਨਾਮ ਦੀ ਸੋਝੀ ਨਹੀਂ ਦੇ ਸਕਦਾ। ਇਹ ਵਿਧੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ। ਕਿਵੇਂ ਆਖ ਸਕਦੇ ਹਾਂ ਕਿ ਵਿਧੀ ਦੀ ਲੋੜ ਨਹੀਂ? ਰੋਜ਼ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ, ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹੁਣ ਗੁਰ ਕਿਹਨੂੰ ਕਹਿੰਦੇ ਆ? ਗੁਰ ਕਹਿੰਦੇ ਤਰੀਕਾ, ਵਿਧੀ, ਜੁਗਤੀ, ਮਤ। ਆਪਾਂ ਕਹਿੰਦੇ ਜੀ ਇਹ ਗੁਰ ਕਿੱਥੋਂ ਲਿਆ? ਫਿਰ ਸਰਵਣ ਕਰ ਲਓ। ਜਿੱਥੇ ਗੁਰੂ ਅਤੇ ਗੁਰੂ ਦੀ ਮਤ ਦੋਨੇ ਅਸੀਂ ਜੀਵਨ ਵਿੱਚ ਕਮਾਉਂਦੇ ਹਾਂ। 5 ਪਿਆਰੇ ਗੁਰੂ ਰੂਪ ਹੋ ਕੇ ਜੋ ਸਾਨੂੰ ਮੱਤ ਦਿੰਦੇ ਨੇ। ਮੰਨ ਲਓ ਆਪਾਂ ਕਿਸੇ ਗੁਰਸਿੱਖ ਨੂੰ ਪੁੱਛਦੇ ਹਾਂ, ਭਾਈ ਗੁਰਮੁਖੋ ਗੁਰੂ ਵਾਲੇ ਬਣੋ। ਉਹ ਆਖਦਾ ਜੀ ਮੇਰੇ 'ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਮੈਂ ਗੁਰੂ ਵਾਲਾ ਹਾਂ, ਮੈਂ 5 ਪਿਆਰਿਆਂ ਤੋਂ ਦਾਤ ਲਈ ਹੈ, ਮੈਨੂੰ ਸਤਿਗੁਰੂ ਨੇ ਨਵਾਜਿਆ, ਮੇਰੇ 'ਤੇ ਬਖਸ਼ਿਸ਼ ਕੀਤੀ ਹੈ। ਅਤੇ ਜੇ ਆਪਾਂ ਅਗਲਾ ਸਵਾਲ ਉਹਨੂੰ ਇਹ ਕਰਦੇ ਹਾਂ ਵੀ ਗੁਰਮੁਖਾ ਫਿਰ ਗੁਰੂ ਵਾਲਾ ਤਾਂ ਕਰਮ ਕਾਂਡਾਂ ਵਿੱਚ ਨਹੀਂ ਪੈਂਦਾ, ਇਹ ਤੂੰ ਕਰਮ ਕਾਂਡ ਕਾਹਤੇ ਕਰ ਰਿਹਾ? ਕਿਉਂਕਿ ਗੁਰੂ ਵਾਲੇ ਤਾਂ ਹਾਂ, ਪਰ ਗੁਰੂ ਦੀ ਮੱਤ ਨੂੰ ਤਾਂ ਕਮਾਇਆ ਹੀ ਨਹੀਂ, ਜੀਵਨ ਅਧੂਰਾ ਰਹਿ ਜਾਂਦਾ। ਗੁਰੂ ਅਤੇ ਗੁਰੂ ਦੀ ਮੱਤ ਜਦੋਂ ਜੀਵਨ ਵਿੱਚ ਕਮਾਉਂਦੇ ਆ, ਉਸ ਨੂੰ ਕਹਿੰਦੇ ਗੁਰ। ਤਰੀਕਾ, ਵਿਧੀ, ਜੁਗਤੀ। ਕੀ ਸਮਝਾ ਰਹੇ ਨੇ ਪਾਤਸ਼ਾਹ ਕਿ ਗੁਰ ਬਿਨ ਘੋਰ ਅੰਧਾਰ। ਗੁਰ ਕਹਿੰਦੇ ਤਰੀਕੇ ਨੂੰ, ਜੋ ਗੁਰੂ ਅਤੇ ਗੁਰੂ ਨੇ ਮੱਤ ਦਿੱਤੀ, ਜਦੋਂ ਤੱਕ ਉਸ ਨੂੰ ਜੀਵਨ ਵਿੱਚ ਨਹੀਂ ਕਮਾਉਂਦੇ, ਇਹ ਜੀਵਨ ਅਗਿਆਨਤਾ ਦੇ ਅੰਧੇਰ ਤੋਂ ਮੁਕਤ ਨਹੀਂ ਹੋ ਸਕਦਾ। ਅਤੇ ਗੁਰ ਸਾਨੂੰ ਕਿੱਥੋਂ ਮਿਲੇਗਾ? ਗੁਰ ਬਿਨ ਘੋਰ ਅੰਧਾਰ, ਗੁਰੂ ਬਿਨਾ ਸਮਝ ਨਾ ਆਵੇ। ਗੁਰੂ ਤੋਂ ਬਗੈਰ ਗੁਰ ਨਹੀਂ ਮਿਲਦਾ। ਕਿਹੜਾ ਦੁਨੀਆ ਦਾ ਕਾਰਜ ਹੈ ਅਸੀਂ ਕੋਈ ਨਾ ਕੋਈ ਗੁਰਸਿੱਖ ਦੇ ਸਿੱਖਿਆ ਤੋਂ ਬਗੈਰ ਉਸ ਨੂੰ ਸਿੱਖ ਲਈਏ? ਉਹਦੇ ਲਈ ਕੋਈ ਨਾ ਕੋਈ ਤਾਂ ਗੁਰ ਕਰਨਾ ਪਏਗਾ, ਤਰੀਕਾ ਸਿੱਖਣਾ ਪਏਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਜਪਣ ਦੇ ਵਿਧੀਆਂ, ਤਰੀਕੇ ਸਤਿਗੁਰਾਂ ਦੱਸੇ ਹਨ ਕਿ ਕਿਵੇਂ ਮਨ ਸਾਡਾ ਵਿਚਾਰਾਂ ਦੇ ਵਿੱਚ ਦੌੜਦਾ, ਕਿਵੇਂ ਇਸ ਵਿਖੜੀ ਹੋਈ ਸੁਰਤੀ ਨੂੰ ਅਸੀਂ ਇਕੱਠਿਆਂ ਕਰ ਸਕਦੇ ਹਾਂ। ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਏ। ਪਹਿਲੀ ਅਵਸਥਾ ਅਸੀਂ ਵਿਖੜੀ ਸੁਰਤੀ ਨੂੰ ਕਿਸ ਤਰ੍ਹਾਂ ਇਕੱਠਿਆਂ ਕਰਨਾ? ਜਦੋਂ ਵਿਖੜੀ ਸੁਰਤੀ ਇਕੱਤਰ ਹੋ ਜਾਂਦੀ ਹੈ ਅਤੇ ਫਿਰ ਸਵਾਸ ਗ੍ਰਾਸ ਸਿਮਰਨ ਕਰਨਾ, ਜੋ ਗੁਰਸਿੱਖ ਦੇ ਜੀਵਨ ਦੀ ਨਿਸ਼ਾਨੀ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਬਿਸਰੇ, ਸੇ ਪੂਰੇ ਪੁਰਖ ਪ੍ਰਦਾਨ। ਸਵਾਸ ਗਰਾਸ, ਸਵਾਸ ਨੂੰ ਗਰਾਉਣਾ, ਸਵਾਸ ਗਰਾਸ ਸਿਮਰਨ ਕਰਨਾ। ਕਿਉਂਕਿ ਜਦੋਂ ਤੱਕ ਸਾਨੂੰ ਸੋਝੀ ਨਹੀਂ, ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਰ ਮੈਂ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਸਾਡਾ ਜੀਵਨ ਵਿਅਰਥ ਜਾ ਰਿਹਾ। ਗੁਰਮੁਖ ਪਿਆਰਿਓ, ਅਸੀਂ ਦਿਨੇ ਵੀ ਜਾਗਦੇ ਹਾਂ, ਰਾਤ ਨੂੰ ਵੀ ਸੌਂਦੇ ਹਾਂ, ਪਰ ਸਾਡਾ ਜੀਵਨ ਇੱਕ ਪਾਸੇ ਕੌਡੀਆਂ ਦੇ ਭਾਅ ਜਾ ਰਿਹਾ। ਕਿਉਂ? ਕਿਉਂਕਿ ਸਾਨੂੰ ਤਰੀਕਾ ਹੀ ਨਹੀਂ ਆਉਂਦਾ। ਇੱਕ ਪਾਸੇ ਪਾਤਸ਼ਾਹ ਕਹਿੰਦੇ ਜੀਵਨ ਸੁੱਤਾ ਪਿਆ ਵੀ ਪ੍ਰਵਾਨ ਹੈ, ਜਾਗਣ ਤੇ ਸਪਨ ਭਲਾ, ਵਸੇ ਪ੍ਰਭ ਕੇ ਸੰਗ। ਇੱਕ ਪਾਸੇ ਪਾਤਸ਼ਾਹ ਕਹਿ ਰਹੇ ਨੇ, ਕੀ ਕਹਿ ਰਹੇ ਨੇ? ਸਤਿਗੁਰੂ ਸਮਝਾਉਣਾ ਕਰ ਰਹੇ ਨੇ, ਕਹਿੰਦੇ ਕਿਆ ਸਵਣਾ ਕਿਆ ਜਾਗਣਾ। ਉਹ ਗੁਰਸਿੱਖ ਚਾਹੇ ਸੁੱਤਾ ਪਿਆ, ਚਾਹੇ ਉਹ ਜਾਗਦਾ, ਗੁਰਮੁਖ ਤੇ ਪ੍ਰਵਾਨ, ਉਹਦਾ ਜੀਵਨ ਦੋਨੇ ਅਵਸਥਾ ਵਿੱਚ ਪ੍ਰਵਾਨ ਹੈ। ਪਰ ਕਦੋਂ? ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਸੇ ਪੂਰੇ ਪੁਰਖ ਪ੍ਰਦਾਨ। ਸਾਸ ਗਰਾਸ ਸਿਮਰਨ ਆਖਿਆ। ਹੁਣ ਸਾਸ ਗਰਾਸ ਕਿਵੇਂ ਕਰਨਾ ਹੈ? ਬੜੇ ਧਿਆਨ ਨਾਲ ਵਿਚਾਰਨ ਦੀ ਲੋੜ ਹੈ। ਅਸੀਂ ਬਾਣੀ ਨੂੰ ਖੋਜਣਾ ਹੁੰਦਾ। ਸਾਸ ਗਰਾਸ ਤੋਂ ਬਾਅਦ ਹੈ ਸਾਸ ਸਾਸ ਸਿਮਰਨ। ਸਾਸ ਸਾਸ ਸਿਮਰਨ ਜੋ ਸਾਡੇ ਗੁਰੂ ਦਾ ਹੁਕਮ ਹੈ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। ਜਦੋਂ ਸਵਾਸ ਗਰਾਸ ਤੋਂ ਅੱਗੇ ਸਾਸ ਸਾਸ ਚੱਲੇਗਾ, ਅਜੱਪਾ ਜਾਪ ਚੱਲ ਪਏਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਜੀਵਨ ਚਿੰਤਾ ਮੁਕਤ ਹੋ ਜਾਏਗਾ। ਸਾਸ ਸਾਸ ਸਿਮਰਨ, ਜਦੋਂ ਸਾਸ ਸਾਸ ਸਿਮਰਨ ਚੱਲਦਾ, ਉਸ ਤੋਂ ਬਾਅਦ ਵਿਧੀ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ, ਰੋਮ ਰੋਮ ਸਿਮਰਨ। ਹੁਣ ਜਦੋਂ ਰੋਮ ਰੋਮ ਸਿਮਰਨ ਚੱਲਦਾ ਹੈ, ਜਿਸੇ ਆਪਾਂ ਪੜ੍ਹਦੇ ਹਾਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਰੋਮ ਰੋਮ ਸਿਮਰਨ ਦੀ ਵਿਧੀ ਦਾ ਹੈ।
ਜਦੋਂ ਆ ਨਿਰਗੁਣ ਦੇ ਖਜ਼ਾਨੇ 'ਚੋਂ ਇੱਕ ਸਵਾਸ ਲੈਂਦੇ ਹਾਂ, ਤਕਰੀਬਨ ਇੱਕ ਸਵਾਸ ਦੇ ਆਉਂਦਿਆਂ ਆਉਂਦਿਆਂ 4 ਵਾਰ ਸਾਡਾ ਦਿਲ ਧੜਕ ਜਾਂਦਾ ਹੈ। ਔਰ ਸਾਡੇ ਸਰੀਰ ਦੇ ਕੋਈ ਆਖਦਾ ਜੀ 3.5 ਕਰੋੜ ਰੋਮ ਨੇ, ਕੋਈ ਕਹਿੰਦਾ ਜੀ 32-33 ਕਰੋੜ ਰੋਮ ਨੇ, ਕੋਈ ਕਹਿੰਦਾ 72 ਕਰੋੜ ਰੋਮ ਨੇ। ਅਗਰ ਆਪਾਂ 3.5 ਵੈਸੇ ਨਾਪ ਤੋਲ ਵਿੱਚ ਨਹੀਂ ਆਉਂਦਾ, ਪਰ ਜੇ ਅਸੀਂ 3.5 ਕਰੋੜ ਰੋਮ ਹੀ ਲਾ ਲੈਂਦੇ ਹਾਂ, ਇੱਕ ਵਾਰ ਦਿਲ ਧੜਕਿਆ ਹਰ ਰੋਮ ਤੱਕ ਬਲੱਡ ਸਰਕਲ ਜਾਂਦਾ ਹੈ। ਇੱਕ ਵਾਰ ਦਿਲ ਧੜਕਿਆ ਅਗਰ 3.5 ਕਰੋੜ ਰੋਮ ਵਾਹਿਗੁਰੂ ਕਹੇ ਉੱਠਣ, ਔਰ ਇੱਕ ਸਾਹ ਦੇ ਵਿੱਚ 4 ਵਾਰ ਦਿਲ ਧੜਕ ਜਾਂਦਾ, ਕਿੰਨਾ ਹੋਇਆ? 14 ਕਰੋੜ। ਉਹਨੂੰ ਕਹਿੰਦੇ ਨੇ ਚਾਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਰੋਮ ਰੋਮ ਸਿਮਰਨ ਦਾ ਖੇਡ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਰੋਮ ਰੋਮ ਸਿਮਰਨ ਚੱਲਦਾ ਉਦੋਂ ਸਾਡੀ ਆ ਪੌਣ ਸਮ ਹੁੰਦੀ ਹੈ। ਹੁਣ ਕਦੇ ਇੱਧਰਲੇ ਪਾਸੇ ਸਵਾਸ ਤੇਜ਼ ਆਉਂਦਾ, ਕਦੇ ਇੱਧਰ ਆਉਂਦਾ। ਇਹ ਪੌਣ ਨੂੰ ਕਿਵੇਂ ਸਮ ਕਰਨਾ? ਕਿਉਂਕਿ ਜਦੋਂ ਤੱਕ ਪੌਣ ਸਮ ਨਹੀਂ ਹੁੰਦੀ ਦਰ ਨਹੀਂ ਖੁੱਲ੍ਹਦਾ। ਜਦੋਂ ਪੌਣ ਸਮ ਹੁੰਦੀ ਹੈ ਫਿਰ ਦ੍ਰਿਸ਼ਟੀ ਨੂੰ ਸਮ ਕਰਨਾ। ਜੇ ਆਪਾਂ ਪ੍ਰੈਕਟੀਕਲ ਵਿਚਾਰੀਏ, ਦੋਨੇ ਅੱਖਾਂ ਦੇ ਵਿੱਚ ਨਿਗਾਹ ਕਦੇ ਬਰਾਬਰ ਨਹੀਂ ਹੁੰਦੀ। ਇੱਕ ਅੱਖ 'ਚੋਂ ਦੇਖਾਂਗੇ ਇੱਕ 'ਚ ਘੱਟ ਹੋਏਗੀ, ਇੱਕ 'ਚ ਵੱਧ। ਕਦੇ ਸਾਡੀ ਨਿਗਾਹ ਇਸ ਪਾਸੇ ਤੇਜ਼ ਹੁੰਦੀ ਹੈ ਅਤੇ ਕਦੇ ਇਸ ਪਾਸੇ ਤੇਜ਼ ਹੁੰਦੀ ਹੈ। ਔਰ ਇਹਨਾਂ ਦੋਨਾਂ ਨੂੰ ਸਮ ਕੁਦਰਤ ਨੇ ਕਰਨਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓਗੋ, ਚੰਦ ਸੂਰਜ ਦੇ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਊਗਾ। ਬ੍ਰਹਮ ਜੋਤ ਵਿੱਚ ਮਨ ਸਮਾਏਗਾ, ਆਪਣੇ ਨਿੱਜ ਘਰ ਵਿੱਚ ਜਾਏਗਾ। ਗੁਰਮੁਖੋ ਬ੍ਰਹਮ ਜੋਤ ਵਿੱਚ ਉਦੋਂ ਜਾਵਾਂਗੇ ਆ ਜਦੋਂ ਸਾਡੀ ਜੋਤ ਸਮ ਹੋਏਗੀ। ਜੋਤ ਉਦੋਂ ਸਮ ਹੋਏਗੀ ਆ ਜਦੋਂ ਸਾਡੇ ਪੌਣ ਸਮ ਹੋਏਗੀ। ਪੌਣ ਸਮ ਉਦੋਂ ਹੋਏਗੀ ਜਦੋਂ ਰੋਮ ਰੋਮ ਸਿਮਰਨ ਚੱਲੇਗਾ। ਰੋਮ ਰੋਮ ਉਦੋਂ ਚੱਲੇਗਾ ਜਦੋਂ ਸਾਸ ਸਾਸ ਸਿਮਰਨ ਚੱਲੇਗਾ। ਸਾਸ ਸਾਸ ਉਦੋਂ ਚੱਲੇਗਾ ਜਦੋਂ ਸਵਾਸ ਗਰਾਸ ਸਿਮਰਨ ਕਰਾਂਗੇ। ਸਵਾਸ ਗਰਾਸ ਉਦੋਂ ਹੋਏਗਾ ਆ ਜਦੋਂ ਵਿਖੜੀ ਸੁਰਤੀ ਨੂੰ ਇਕੱਠਿਆਂ ਕਰਾਂਗੇ। ਬੈਠੇ ਸੰਗਤ ਵਿੱਚ ਆ, ਧਿਆਨ ਵਿਚਾਰਾਂ ਦੇ ਵਿੱਚ ਆ, ਗੁਰਮੁਖੋ ਖੇਡ ਨਹੀਂ ਚੱਲ ਸਕਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਤਿਗੁਰਾਂ ਨੇ ਸਾਨੂੰ ਸੰਗਤ ਦੇ ਵਿੱਚ ਆ ਕੇ ਗੁਰਬਾਣੀ ਗੁਰੂ ਸਾਨੂੰ ਇਹ ਵਿਧੀਆਂ ਤਰੀਕੇ ਜੁਗਤੀ ਸਮਝਾਉਂਦੀ ਹੈ। ਔਰ ਅਸੀਂ ਇਹੀ ਗਿਆਨ ਲੈਣ ਵਾਸਤੇ ਸਤ ਸੰਗਤ ਸਤਿਗੁਰ ਚਟਸਾਲ ਅਜਿਤ ਹਰ ਗੁਣ ਸਿੱਖਾਂ। ਹਰੀ ਦੇ ਗੁਣ ਸਿੱਖਣ ਵਾਸਤੇ ਸਤਿਗੁਰੂ ਦੇ ਸਕੂਲ ਵਿੱਚ ਆਉਂਦੇ ਹਾਂ। ਅਤੇ ਗੁਣ ਨੂੰ ਕੀ ਆਖਿਆ? ਗੁਣ ਨੂੰ ਵਿਧੀ ਆਖਿਆ, ਤਰੀਕਾ ਆਖਿਆ ਵੀ ਇਹ ਗੁਣ ਸਿੱਖ ਲਓ ਜੀ, ਗੁਣ ਤੁਹਾਡੇ ਕੰਮ ਆਏਗਾ। ਅਤੇ ਹੋਰ ਆਪਾਂ ਗੁਣ ਕਿਹਨੂੰ ਕਹਿੰਦੇ ਹਾਂ? ਹੁਣ ਜੇ ਕੋਈ ਆਖਦਾ ਜੀ ਵਿਧੀ ਦੀ ਲੋੜ ਹੀ ਨਹੀਂ, ਗੁਰਮੁਖੋ ਕੋਈ ਛੋਟੇ ਤੋਂ ਛੋਟਾ ਕੰਮ ਕਰਨਾ ਹੋਏ ਵਿਧੀ ਤੋਂ ਬਗੈਰ ਸਿਰੇ ਨਹੀਂ ਲੱਗ ਸਕਦਾ। ਕਿਹੜਾ ਛੋਟੇ ਤੋਂ ਛੋਟਾ ਕੰਮ ਆ? ਅਤੇ ਅਸੀਂ ਤਾਂ ਜੀਵਨ ਨੂੰ ਪ੍ਰਵਾਨ ਹੁੰਦਾ ਦੇਖਣਾ ਚਾਹੁੰਦੇ ਹਾਂ, ਅਤੇ ਕਿਵੇਂ ਵਿਧੀ ਤੋਂ ਬਗੈਰ ਸਿਰੇ ਲੱਗ ਜਾਏਗਾ? ਨਹੀਂ ਲੱਗ ਸਕਦਾ। ਔਰ ਗੁਰਮੁਖੋ ਵਿਧੀ ਗੁਰਬਾਣੀ ਦੇ ਆਧਾਰ 'ਤੇ ਲੱਗਣੀ ਚਾਹੀਦੀ ਹੈ। ਕਿਸੇ ਮਨ ਨੂੰ ਕਿੱਥੇ ਆਨੰਦ ਆਇਆ ਇਹ ਗੱਲ ਮੈਂ ਨਹੀਂ ਰੱਖਦੀ, ਮੇਰਾ ਸਤਿਗੁਰੂ ਕੀ ਕਹਿ ਰਿਹਾ। ਅਗਰ ਸਤਿਗੁਰਾਂ ਦੀ ਬਾਣੀ ਉਸ ਗੱਲ ਨੂੰ ਕਸਵੱਟੀ 'ਤੇ ਲਾਉਂਦੀ ਹੈ, ਫਿਰ ਅਸੀਂ ਜੀਵਨ ਕਮਾਉਣਾ ਹੁੰਦਾ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ੍ਹ ਆਪਾਂ ਵਿਚਾਰ ਰਹੇ ਸੀ ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ। ਕਰਮ ਸਾਡਾ ਹੈ। ਇੱਕ ਕਰਮ ਸਾਨੂੰ ਸਤਿਗੁਰੂ ਦੇ ਨੇੜੇ ਲੈ ਆਉਂਦਾ ਅਤੇ ਇੱਕ ਕਰਮ ਸਾਨੂੰ ਸਤਿਗੁਰੂ ਤੋਂ ਦੂਰ ਲੈ ਜਾਂਦਾ ਹੈ। ਇੱਕ ਜੀਵਨ ਮਨਮੁਖ ਹੈ। ਮਨਮੁਖ ਦੀ ਸੰਗਤ ਕਰ ਲਈਏ ਸਤਿਗੁਰੂ ਤੋਂ ਦੂਰ ਹੋ ਜਾਵਾਂਗੇ। ਕਿਸੇ ਗੁਰਸਿੱਖ ਦੀ ਸੰਗਤ ਕਰ ਲਈਏ ਸਤਿਗੁਰੂ ਦੀ ਬਖਸ਼ਿਸ਼ ਦੇ ਵਿੱਚ ਆ ਜਾਵਾਂਗੇ। ਮਨਮੁਖ ਨੂੰ ਅਗਿਆਨੀ ਆਖਿਆ ਅਤੇ ਅਗਿਆਨੀ ਨੂੰ ਅਸੰਤ ਆਖਿਆ। ਗੁਰਸਿੱਖ ਨੂੰ ਗਿਆਨੀ ਆਖਿਆ ਅਤੇ ਗਿਆਨੀ ਨੂੰ ਹੀ ਸੰਤ ਆਖਿਆ। ਕੱਲ੍ਹ ਆਪਾਂ ਕੁਝ ਸਵਾਲ ਕਰਦੇ ਸੀ। ਬਹੁਤ ਜਿਹੜੇ ਸੰਗਤ ਨਵੀਂ ਬੜੇ ਧਿਆਨ ਨਾਲ ਸਰਵਣ ਕਰ ਲਓ। ਪਹਿਲਾ ਸਵਾਲ ਸੀ ਕਾਰਜ ਵਿੱਚ ਵਿਘਨ ਆਉਣਾ। ਸਵਾਲ ਲੈ ਕੇ ਅਨਾੜੀ ਕੋਲ ਚਲੇ ਗਏ। ਉਹ ਕਹਿੰਦਾ ਕੀਤਾ ਕਰਾਇਆ। ਕੌਣ ਹੈ ਕਰਨ ਵਾਲਾ? ਤੁਹਾਡੇ ਘਰ ਦਾ ਹੀ ਹੈ। ਪਰਿਵਾਰਾਂ ਵਿੱਚ ਕਲੇਸ਼ ਪਏ। ਸਵਾਲ ਉਹੀ ਸੀ ਲੈ ਕੇ ਗੁਰਸਿੱਖ ਦੇ ਕੋਲ ਚਲੇ ਗਏ। ਗੁਰਮੁਖੋ ਕਾਰਜ ਵਿੱਚ ਵਿਘਨ ਹੈ। ਗੁਰਸਿੱਖ ਕਹਿੰਦਾ ਭਾਈ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰ, ਗੁਰਬਾਣੀ ਪੜ੍ਹ, ਵਿਚਾਰ ਕੀ ਹੋਏਗਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅਗਲਾ ਸਵਾਲ ਵਿਚਾਰ ਰਹੇ ਸੀ ਕਿ ਜੀ ਘਰਾਂ ਵਿੱਚ ਲੜਾਈਆਂ ਝਗੜੇ ਕਲੇਸ਼ ਨਫ਼ਰਤ ਬਹੁਤ ਹੈ, ਕੀ ਕਰੀਏ? ਗੁਰਸਿੱਖ ਕਹਿੰਦਾ ਤੁਹਾਡੇ ਘਰ ਭੂਤ ਨਾ। ਮਨਮੁਖ ਕਹਿੰਦਾ ਤੁਹਾਡੇ ਘਰ ਭੂਤ ਆ ਗਿਆ, ਪ੍ਰੇਤ ਆ ਗਿਆ। ਕੀਤਾ ਕਰਾਇਆ ਕਿਸੇ ਨੇ ਕਾਲਾ ਇਲਮ ਕਰ ਦਿੱਤਾ, ਕਿਸੇ ਨੇ ਧਾਗਾ ਤਵੀਤ ਕਰ ਦਿੱਤਾ।
ਤੁਹਾਡਾ ਘਰ ਵਾਸਤੂ ਸ਼ਾਸਤਰ ਨਾਲ ਨਹੀਂ ਬਣਿਆ, ਅਨੇਕਾਂ ਹੀ ਤਰ੍ਹਾਂ ਦੇ ਉਹਨੇ ਕਾਰਨ ਦੱਸ ਦਿੱਤੇ। ਇਹਦਾ ਹੱਲ, ਇਹਦਾ ਉਪਾਅ ਕਰਨਾ ਪਏਗਾ, ਇੰਨਾ ਖਰਚਾ ਕਰਨਾ ਪਏਗਾ। ਸਵਾਲ ਉਹੀ ਆ ਲੈ ਕੇ ਸਤਿਗੁਰੂ ਦੇ ਦਰ 'ਤੇ ਆਏ, ਗੁਰਸਿੱਖਾਂ ਦੇ ਨਾਲ ਵਿਚਾਰ ਕੀਤੀ ਕਿ ਗੁਰਮੁਖੋ ਕਾਰਜ ਵਿੱਚ ਵਿਘਨ ਨਾ, ਘਰਾਂ ਵਿੱਚ ਕਲੇਸ਼ ਨੇ, ਕੀ ਕਰੀਏ? ਤਾਂ ਗੁਰਸਿੱਖ ਕੀ ਸਮਝਾਉਂਦਾ ਹੈ? ਸਤਿਗੁਰਾਂ ਦਾ ਫੈਸਲਾ ਸਾਨੂੰ ਜਾਣੂ ਕਰਾਉਂਦਾ ਉਸ ਤੋਂ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਭਾਈ ਗੁਰਮੁਖਾ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰ, ਗੁਰਬਾਣੀ ਪੜ੍ਹ ਵਿਚਾਰ, ਤੇਰੇ ਘਰ ਦੇ ਵਿੱਚ ਲੜਾਈਆਂ ਝਗੜੇ ਨਫ਼ਰਤ ਖਤਮ ਹੋ ਜਾਏਗੀ। ਇੱਥੋਂ ਤੱਕ ਆਪਾਂ ਕੱਲ੍ਹ ਵਿਚਾਰਿਆ। ਆਓ ਆਪਾਂ ਇੱਕ ਦੋ ਸਵਾਲ ਅੱਜ ਹੋਰ ਵਿਚਾਰਦੇ ਹਾਂ। ਅਗਲਾ ਸਵਾਲ ਹੈ ਜੀ, ਸਰੀਰਕ ਕਸ਼ਟ ਬਹੁਤ ਹੈ, ਡਾਕਟਰਾਂ ਦੇ ਕੋਲ ਜਾਂਦੇ ਹਾਂ, ਰਿਪੋਰਟ ਵਿੱਚ ਕੋਈ ਨੁਕਸ ਨਹੀਂ ਆ ਰਿਹਾ, ਰਿਪੋਰਟਾਂ ਸਾਰੀਆਂ ਠੀਕ ਨੇ ਪਰ ਬਿਮਾਰੀ ਵੀ ਨਹੀਂ ਜਾ ਰਹੀ। ਡਾਕਟਰਾਂ ਦੇ ਕੋਲੇ ਅਸੀਂ ਥੱਕ ਗਏ ਜਾਂਦੇ ਹਾਂ। ਕਈ ਵਾਰ ਦੇਖਦੇ ਹਾਂ ਇਹ ਜਿਹੜੇ ਆਪਾਂ ਸਵਾਲ ਵਿਚਾਰ ਰਹੇ ਹਾਂ, ਇਹ ਜਾਂ ਤਾਂ ਸਾਡੇ ਆਪਣੇ ਨੇ ਜਾਂ ਸਾਡੇ ਕਿਸੇ ਆਪਣੇ ਦੇ ਨੇ। ਆਪਣੇ ਨੇ, ਸਾਨੂੰ ਆਪੇ ਵਿੱਚ ਸੁਧਾਰ ਕਰਨਾ ਚਾਹੀਦਾ। ਸਾਡੇ ਕਿਸੇ ਆਪਣੇ ਦੇ ਨੇ, ਸਾਡਾ ਫਰਜ਼ ਬਣਦਾ ਤਾਂ ਕੋ ਸਮਝਾਵਣ ਜਾਏ ਜੇ ਕੋ ਭੁੱਲਾ ਹੋਏ। ਜਿਹੜਾ ਭੁੱਲਿਆ ਇਹ ਸਾਡਾ ਫਰਜ਼ ਬਣਦਾ ਉਹਨੂੰ ਜਾ ਕੇ ਸਮਝਾਈਏ ਕਿ ਭਾਈ ਗੁਰਮੁਖਾ ਗੁਰਸਿੱਖਾ ਸਤਿਗੁਰੂ ਆਹ ਗੱਲ ਸਮਝਾ ਰਹੇ ਨੇ, ਤੇਰੇ ਸਵਾਲ ਦਾ ਹੱਲ ਸਿਰਫ ਇਸ ਤਰੀਕੇ ਹੋ ਸਕਦਾ। ਇੱਥੇ ਤੂੰ ਕਰਮ ਕਾਂਡਾਂ ਵਿੱਚ ਹੈ, ਇੱਥੇ ਤੇਰੇ ਜੀਵਨ ਨੂੰ ਮੁਕਤ ਨਹੀਂ ਹੋ ਸਕਦਾ, ਤੂੰ ਲਾਹਾ ਨਹੀਂ ਲੈ ਸਕਦਾ। ਕਿਉਂ? ਕਿਉਂਕਿ ਜਿਸ ਮਾਰਗ ਪੰਡਤ ਗਏ ਪਾਛੇ ਪਈ ਬਹੀਰ, ਲਾਈਨਾਂ ਲੱਗੀਆਂ ਪਈਆਂ ਕਰਮ ਕਾਂਡਾਂ ਵਾਲੇ ਪਾਸੇ, ਉਧਰ ਤੇਰਾ ਲਾਹਾ ਨਹੀਂ ਹੋ ਸਕਦਾ, ਤੇਰਾ ਹੱਲ ਨਹੀਂ ਹੋ ਸਕਦਾ। ਹੁਣ ਮਨ ਦਾ ਸਵਾਲ ਕੀ ਹੈ ਜੀ? ਡਾਕਟਰਾਂ ਕੋਲ ਜਾਂਦੇ ਹਾਂ, ਕੋਈ ਤਕਲੀਫ ਨਹੀਂ ਆ ਰਹੀ, ਕੋਈ ਬਿਮਾਰੀ ਨਹੀਂ ਆ ਰਹੀ, ਪਰ ਫਿਰ ਵੀ ਸਰੀਰ ਠੀਕ ਨਹੀਂ ਹੋ ਰਿਹਾ। ਹੁਣ ਸਵਾਲ ਲੈ ਕੇ ਚਲੇ ਗਏ ਕਿਸੇ ਅਨਾੜੀ ਦੇ ਕੋਲ, ਮਨਮੁਖ ਦੇ ਕੋਲ, ਅਗਿਆਨੀ ਕੋਲ, ਦੇਖਣ ਨੂੰ ਤੇ ਗੁਰਸਿੱਖ ਹੈ। ਅਸੀਂ ਸਵਾਲ ਕੀਤਾ, ਗੁਰਮੁਖ ਪਿਆਰਿਓ ਸਰੀਰਕ ਕਸ਼ਟ ਬਹੁਤ ਹੈ, ਕੀ ਕਰੀਏ? ਜੇ ਅਨਾੜੀ ਹੋਏਗਾ ਤਾਂ ਕੀ ਨਿਸ਼ਾਨੀ? ਉਹ ਕਹਿੰਦਾ ਜੀ ਤੁਹਾਨੂੰ ਤਾਂ ਕਿਸੇ ਨੇ ਮਸਾਣੀਆਂ ਖਿਲਾ ਦਿੱਤੀਆਂ, ਤੁਹਾਨੂੰ ਤਾਂ ਕਿਸੇ ਨੇ ਤਵੀਤ ਪੜਾ ਦਿੱਤਾ, ਤੁਹਾਡਾ ਕਿਸੇ ਨੇ ਕੱਪੜਾ ਕੱਟ ਲਿਆ, ਤੁਹਾਡੇ ਕਿਸੇ ਨੇ ਕੇਸ ਕੱਟ ਲਏ, ਕਿਸੇ ਨੇ ਪੈਰ ਦੀ ਮਿੱਟੀ ਚੱਕ ਲਈ, ਉਹਦੇ 'ਤੇ ਕੁਝ ਕਰ ਕਰਾ ਦਿੱਤਾ, ਕਿਤੇ ਤੁਸੀਂ ਟੂਣੇ ਉੱਤੋਂ ਦੀ ਲੰਘ ਗਏ, ਕਿਸੇ ਦਾ ਕੁਝ ਕੀਤਾ ਕਰਾਇਆ। ਹੁਣ ਮਨ ਜਦੋਂ ਸਾਰੇ ਪਾਸੇ ਥੱਕ ਹਾਰ ਕੇ ਬੈਠ ਜਾਏ ਤੇ ਮੰਨਣ ਲਈ ਮਜਬੂਰ, ਜੇ ਗਿਆਨ ਨਹੀਂ, ਗੁਰਮੁਖੋ ਅਗਿਆਨਤਾ ਵਿੱਚ ਜਾਣ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਮਨ ਇਹ ਗੱਲ 'ਤੇ ਵਿਸ਼ਵਾਸ ਕਰੇਗਾ ਜੀ ਲੱਗਦਾ ਤੇ ਸਾਨੂੰ ਵੀ ਕੁਝ ਇਸੇ ਤਰ੍ਹਾਂ, ਸਰੀਰ ਬਿਮਾਰ ਹੋਈ ਜਾਂਦਾ, ਠੀਕ ਹੀ ਨਹੀਂ ਹੋ ਰਿਹਾ, ਡਾਕਟਰਾਂ ਦੀਆਂ ਰਿਪੋਰਟਾਂ 'ਚ ਕੁਝ ਨਹੀਂ ਆ ਰਿਹਾ, ਲੱਗਦਾ ਸਾਨੂੰ ਵੀ ਐਵੇਂ ਆ ਜਿਵੇਂ ਕੁਝ ਕੀਤਾ ਕਰਾਇਆ ਹੁੰਦਾ। ਹੁਣ ਸਵਾਲ ਉਹੀ ਹੈ, ਉਹ ਕਹਿੰਦਾ ਜੀ ਕੀਤਾ ਕਰਾਇਆ। ਅਸੀਂ ਪੁੱਛਦੇ ਹਾਂ ਗੁਰਮੁਖੋ ਇਹਦਾ ਉਪਾਅ ਦੱਸ ਦਿਓ। ਹੁਣ ਅਨਾੜੀ ਦੀ ਕੀ ਨਿਸ਼ਾਨੀ? ਕਹਿੰਦੇ ਅਸੰਤ ਅਨਾੜੀ ਕਦੇ ਨਾ ਬੁੱਝੇ, ਕਥਨੀ ਕਰੈ ਮਾਇਆ ਨਾਲ ਲੁਝੇ, ਅੰਧ ਗਿਆਨੀ ਕਦੇ ਨਾ ਛੁਝੇ। ਉਹਦਾ ਧਿਆਨ ਸਾਡੀਆਂ ਜੇਬਾਂ ਵੱਲ, ਕੀ ਇੰਨਾ ਖਰਚਾ ਹੋਏਗਾ, ਅਸੀਂ ਉਪਾਅ ਕਰ ਦਿਆਂਗੇ, ਤੁਹਾਨੂੰ ਇੰਨਾ ਖਰਚਾ ਕਰਨਾ ਪਏਗਾ। ਅਸੀਂ ਖਰਚੇ ਨੂੰ ਐਕਸੈਪਟ ਕਰ ਲਿਆ, ਅਸੀਂ ਖਰਚਾ ਕਰਨ ਲਈ ਤਿਆਰ ਹੈ ਜੀ, ਸਾਡਾ ਹੱਲ ਕਰ ਦਿਓ। ਮਰਦਾ ਕੀ ਨਹੀਂ ਕਰਦਾ। ਹੁਣ ਜਦੋਂ ਸੌਦਾ ਤੈਅ ਹੋ ਗਿਆ ਤੇ ਅਸੀਂ ਪੁੱਛ ਲੈਂਦੇ ਹਾਂ ਵੀ ਗੁਰਮੁਖੋ ਅਸੀਂ ਕਿਸੇ ਦਾ ਮਾੜਾ ਤਾਂ ਨਹੀਂ ਕਰਦੇ, ਸਾਨੂੰ ਮਾੜਾ ਜਿਹਾ ਦੱਸ ਦਿਓ ਜੀ ਕਰਨ ਕਰਾਉਣ ਵਾਲਾ ਕੌਣ ਹੈ? ਤੁਸੀਂ ਤੇ ਅੰਤਰਜਾਮੀ ਹੋ। ਹੁਣ ਉਹ ਅੰਤਰਜਾਮੀ ਜਿਹੜਾ ਬਣ ਕੇ ਬੈਠਾ ਕੀ ਆਖਦਾ? ਉਹ ਕਹਿੰਦਾ ਜੀ ਕਰਨ ਕਰਾਉਣ ਵਾਲਾ ਕੋਈ ਬਾਹਰਲਾ ਥੋੜ੍ਹੀ ਹੈ, ਤੁਹਾਡੇ ਘਰ ਦਾ ਹੀ ਹੈ। ਹੁਣ ਪੁੱਛ ਲੈਂਦੇ ਹਾਂ ਜੀ ਘਰ ਦਾ ਕੌਣ ਹੈ? ਉਹ ਕਹਿੰਦਾ ਜੀ ਮੈਂ ਤੁਹਾਡੇ ਘਰ ਵਿੱਚ ਕਲੇਸ਼ ਥੋੜ੍ਹੀ ਪਵਾਉਣਾ, ਇਸ਼ਾਰਾ ਮੈਂ ਕਰਤਾ, ਹੁਣ ਤੁਸੀਂ ਆਪੇ ਜਾਣੀ ਜਾਣੋ। ਹੁਣ ਗੁਰਮੁਖੋ ਸਾਡਾ ਧਿਆਨ ਸਾਰਿਆਂ ਦੇ ਉੱਤੇ ਜਾ ਰਿਹਾ। ਆਪਾਂ ਕੱਲ੍ਹ ਵੀ ਵਿਚਾਰ ਰਹੇ ਸੀ, ਇਨਸਾਨੀਅਤ ਦੇ ਵਿੱਚ ਕੁਦਰਤ ਨੇ ਇੱਕ ਇਹੋ ਜਿਹੀ ਦਾਤ ਪਾਈ ਹੈ, ਸੁੱਖ ਦੇ ਵੇਲੇ, ਤੰਦਰੁਸਤੀਆਂ ਵੇਲੇ ਚਾਹੇ ਅਸੀਂ ਮੱਥੇ 'ਤੇ ਵੱਟ ਪਾ ਕੇ ਤੁਰਦੇ ਹਾਂ, ਪਰ ਜਦੋਂ ਕੋਈ ਸਰੀਰ ਕਸ਼ਟ ਦੇ ਵਿੱਚ ਹੁੰਦਾ, ਕਿਸੇ ਪਰੇਸ਼ਾਨੀ ਦੇ ਵਿੱਚ ਹੁੰਦਾ, ਹਰ ਇੱਕ ਦਾ ਮਨ ਢਲਦਾ ਵੀ ਚੱਲ ਜੇ ਮੈਂ ਇਹਦੇ ਬਾਰੇ ਕੁਝ ਕਰ ਸਕਦਾ ਤੇ ਮੈਂ ਕਰ ਲਵਾਂ। ਹੁਣ ਉਹ ਪਰੇਸ਼ਾਨੀ ਦੇ ਵਿੱਚ ਪਰਿਵਾਰ ਦਾ ਮੈਂਬਰ ਘਰ ਆ ਕੇ ਬੈਠਿਆ, ਬੜਾ ਪਰੇਸ਼ਾਨ ਹੈ ਵੀ ਮੈਂ ਤੇ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਨਾਲ ਮਾੜਾ ਕਰਨ ਵਾਲਾ ਕੌਣ ਆ ਗਿਆ?
ਬੜੇ ਮਨ ਵਿੱਚ ਵਿਚਾਰ ਨੇ। ਹੁਣ ਜੇ ਮੰਨ ਲਓ ਪਰਿਵਾਰ ਦੇ ਵਿੱਚ ਇੱਕ ਮੈਂਬਰ ਕਿਸੇ ਅਨਾੜੀ ਦੀ ਸੰਗਤ ਕਰਕੇ ਆਇਆ, ਸਰੀਰ ਤੇ ਪਹਿਲਾਂ ਹੀ ਬਿਮਾਰ ਸੀ, ਉੱਪਰੋਂ ਥੱਕਿਆ ਟੁੱਟਿਆ ਪਰੇਸ਼ਾਨੀ, ਹੁਣ ਦੂਸਰੇ ਮਨ ਦੇ ਵਿੱਚ ਇੱਕ ਸੁਭਾਵਿਕ ਇੱਕ ਵਿਚਾਰ ਬਣੇਗਾ। ਕੀ ਵਿਚਾਰ ਬਣੇਗਾ? ਵੀ ਸਰੀਰ ਨੂੰ ਥਕਾਵਟ ਲੱਗਦੀ ਹੈ, ਚੱਲ ਚਾਹ ਦੇ ਵਿੱਚ ਕੁਝ ਲੌਂਗ ਇਲਾਇਚੀ ਪਾ ਦਿੰਦੇ ਹਾਂ, ਕੁਝ ਮਸਾਲਾ ਪਾ ਦਿੰਦੇ ਹਾਂ, ਚੱਲ ਕੱਪ ਚਾਹ ਦਾ ਬਣਾ ਕੇ ਦੇ ਦਿੰਦੇ ਹਾਂ, ਸਰੀਰ ਤੰਦਰੁਸਤ ਥੋੜ੍ਹਾ ਮਹਿਸੂਸ ਤੰਦਰੁਸਤੀ ਮਾਣੇਗਾ, ਚੰਗਾ ਮਹਿਸੂਸ ਕਰੇਗਾ। ਹੁਣ ਗੁਰਮੁਖੋ ਇੱਕ ਪਰਿਵਾਰ ਦੇ ਮੈਂਬਰ ਨੇ ਅਗਰ ਚਾਹ ਬਣਾਉਣ ਲੱਗਿਆਂ ਉਹਦੇ ਵਿੱਚ ਕੋਈ ਇਲਾਇਚੀ ਜਾਂ ਕੋਈ ਲੌਂਗ ਜਾਂ ਕੋਈ ਮਸਾਲਾ ਪਾ ਕੇ ਚਾਹ ਬਣਾ ਕੇ ਕੱਪ ਦੇ ਦਿੱਤਾ ਹੈ, ਅਤੇ ਮਨ ਇੱਕ ਗੱਲ ਇੱਕਦਮ ਅਨਾੜੀ ਦੀ ਸੰਗਤ ਦਾ ਕਿੰਨਾ ਅਸਰ ਹੁੰਦਾ ਹੈ। ਮਨ ਇੱਕਦਮ ਵਿਚਾਰ ਲੈਂਦਾ ਵੀ ਅੱਜ ਤੱਕ ਤਾਂ ਕਦੇ ਨੇ ਮੰਗਿਆ ਪਾਣੀ ਨਹੀਂ ਦਿੱਤਾ ਹੈ, ਅੱਜ ਆਪਣੇ ਆਪ ਚਾਹ ਲੈ ਕੇ ਆ ਗਈ, ਇਹ ਕੀ ਹੋਇਆ? ਬੜਾ ਪਰੇਸ਼ਾਨ ਆ। ਜਦ ਘੁੱਟ ਭਰਨ ਲੱਗੇ ਦੇਖਿਆ ਇਹਦੇ 'ਚ ਤਾਂ ਇਲਾਇਚੀ ਪਾਈ ਹੈ। ਉਹ ਜਦੋਂ ਹੀ ਗੱਲ ਚੱਲ ਪੈਂਦੀ ਹੈ ਜੀ ਇਹ ਤਾਂ ਸਾਨੂੰ ਇਲਾਇਚੀਆਂ ਕਰ ਖਿਲਾਉਂਦੀ ਹੈ। ਨੂੰਹ ਦੀ ਸੱਸ ਨਾਲ ਨਹੀਂ ਬਣਦੀ, ਮਾਂ ਦੀ ਧੀ ਨਾਲ ਨਹੀਂ ਬਣਦੀ, ਪਿਓ ਦੀ ਪੁੱਤ ਨਾਲ ਨਹੀਂ ਬਣਦੀ, ਸਕਿਆਂ ਭਰਾਵਾਂ ਦਾ ਝਗੜਾ। ਉਹ ਕਹਿੰਦਾ ਜੀ ਇਹਨੇ ਮੇਰੇ 'ਤੇ ਕੁਝ ਕੀਤਾ, ਮੈਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ, ਇਹ ਕਹਿੰਦਾ ਜੀ ਮੈਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦਾ। ਗੁਰਮੁਖ ਪਿਆਰਿਓ, ਇਹਨਾਂ ਝਗੜਿਆਂ ਦੇ ਵਿੱਚ ਦੁਨੀਆ ਝਗੜ ਰਹੀ ਹੈ। ਭਰਮ 'ਚ ਪਾਉਣ ਵਾਲਾ ਕੌਣ ਹੈ? ਅਨਾੜੀ। ਸਵਾਲ ਉਹੀ ਹੈ। ਲੈ ਕੇ ਅਸੀਂ ਸੰਗਤ ਵਿੱਚ ਆਏ, ਗੁਰਸਿੱਖਾਂ ਦੇ ਨਾਲ ਵਿਚਾਰ ਕੀਤੀ, ਗੁਰਮੁਖੋ ਸਰੀਰਕ ਕਸ਼ਟ ਬਹੁਤ ਹੈ, ਕੀ ਕਰੀਏ? ਹੁਣ ਗੁਰਮੁਖ ਪਿਆਰਿਓ, ਆਪਾਂ ਡਾਕਟਰ ਦੇ ਕੋਲ ਜਾਈਏ ਨਾ ਜੀ, ਆ ਸਾਨੂੰ ਤਕਲੀਫ ਹੈ, ਬਿਮਾਰੀ ਹੈ, ਜਾਂ ਆਪਾਂ ਇਸ ਤਰੀਕੇ ਡਾਕਟਰ ਨੂੰ ਆਖ ਦਈਏ ਜੀ ਜਿੰਨੀਆਂ ਬਿਮਾਰੀਆਂ ਨੇ ਸਾਨੂੰ ਇੱਕ ਲਿਸਟ ਦੱਸ ਦਿਓ। ਤੰਦਰੁਸਤ ਬੰਦਾ ਵੀ ਜਿੰਨੀਆਂ ਬਿਮਾਰੀਆਂ ਦੇ ਨਾਮ ਅਸੀਂ ਮਾਤ ਲੋਕ 'ਤੇ ਰੱਖੇ ਨੇ, ਅਗਰ ਤੰਦਰੁਸਤ ਬੰਦਾ ਵੀ ਨਾ ਉਹ ਬਿਮਾਰੀਆਂ ਦੀ ਲਿਸਟ ਪੜ੍ਹਨ ਲੱਗ ਜਾਏ, ਤੰਦਰੁਸਤ ਵੀ ਬਿਮਾਰ ਹੋ ਜਾਂਦਾ ਹੈ, ਕਿਉਂਕਿ ਮਨ ਦੇ ਵਿੱਚ ਉਸ ਗੱਲ ਦੀ ਛਾਪ ਬਣ ਜਾਂਦੀ, ਮਨ ਘਰ ਕਰ ਜਾਂਦਾ ਉਸ ਗੱਲ ਨੂੰ। ਇੰਨੀਆਂ ਲਿਸਟਾਂ ਦੱਸੀਆਂ ਡਾਕਟਰਾਂ ਨੇ, ਇੰਨੀਆਂ ਬਿਮਾਰੀਆਂ ਦੇ ਨਾਮ ਰੱਖੇ, ਅੰਤ ਨਹੀਂ। ਪਰ ਸਵਾਲ ਉਹੀ ਹੈ, ਅਸੀਂ ਲੈ ਕੇ ਗੁਰਸਿੱਖਾਂ ਦੇ ਕੋਲ ਸੰਗਤ ਵਿੱਚ ਆਏ, ਸੰਗਤ ਵਿੱਚ ਆ ਕੇ ਗੁਰਮੁਖਾਂ ਨੂੰ ਬੇਨਤੀ ਕਰਦੇ ਹਾਂ, ਗੁਰਮੁਖ ਪਿਆਰਿਓ, ਗੁਰਬਾਣੀ ਤਾਂ ਪੜ੍ਹਦੇ ਹਾਂ ਪਰ ਸਮਝ ਨਹੀਂ ਆਉਂਦੀ। ਤੁਸੀਂ ਤਾਂ ਗੁਰਬਾਣੀ ਗੁਰੂ ਦੇ ਸਨਮੁਖ ਹੋ, ਗੁਰਬਾਣੀ ਪੜ੍ਹਦੇ ਹੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਦੱਸੋ ਕਿ ਆਹ ਸਰੀਰਕ ਕਸ਼ਟ ਹੈ ਕਿਵੇਂ ਠੀਕ ਹੋਏ। ਹੁਣ ਗੁਰਸਿੱਖ ਕੀ ਸਮਝਾਉਂਦਾ? ਭਾਈ ਘਰ ਤੋਂ ਚੱਲ ਕੇ ਸੰਗਤ ਵਿੱਚ ਆਇਆ ਕਰ, ਸੰਗਤ ਵਿੱਚ ਆ ਕੇ ਸੇਵਾ ਕਰਿਆ ਕਰ, ਸਿਮਰਨ ਕਰ, ਗੁਰਬਾਣੀ ਪੜ੍ਹ, ਵਿਚਾਰ, ਤੇਰਾ ਕਸ਼ਟ ਕੱਟਿਆ ਜਾਏਗਾ। ਗੁਰਸਿੱਖ ਸਮਝਾਉਂਦਾ ਕਿ ਗੁਰਮੁਖੋ ਗੁਰਬਾਣੀ ਗੁਰੂ ਦਾ ਫੈਸਲਾ ਹੈ। ਦੁਨੀਆ ਦੇ ਵਿੱਚ ਸਿਰਫ 3 ਤਰ੍ਹਾਂ ਦੀਆਂ ਬਿਮਾਰੀਆਂ ਨੇ। ਡਾਕਟਰ ਨੂੰ ਪੁੱਛ ਲਓ, ਡਾਕਟਰ ਮੰਨਣ ਨੂੰ ਤਿਆਰ ਨਹੀਂ, ਪਰ 3 ਤਰ੍ਹਾਂ ਦੀਆਂ ਬਿਮਾਰੀਆਂ ਰੋਜ਼ ਆਪਾਂ ਪੜ੍ਹਦੇ ਹਾਂ ਪਰ ਕਦੇ ਵਿਚਾਰਦੇ ਨਹੀਂ। ਹੁਣ ਜੇ ਦਾਸ ਆਪ ਜੀ ਨੂੰ ਬੇਨਤੀ ਕਰਦੇ, ਦੱਸੋ ਜੀ ਤੇ ਕਿਹੜੀਆਂ 3 ਤਰ੍ਹਾਂ ਦੀਆਂ ਬਿਮਾਰੀਆਂ, ਪਰ ਕਿਸੇ ਕੋਲ ਜਵਾਬ ਨਹੀਂ ਹੋਏਗਾ। ਆਪਾਂ ਗੁਰਬਾਣੀ ਰੋਜ਼ ਪੜ੍ਹਦੇ ਹਾਂ, ਔਰ ਜੇ ਦਾਸ ਹਿੰਟ ਵੀ ਦੇ ਦੇ ਵੀ ਲਓ ਜੀ ਇਹ 3 ਬਿਮਾਰੀਆਂ ਦਾ ਜਿਹੜਾ ਹੱਲ ਹੈ, ਬਿਮਾਰੀਆਂ ਅਤੇ ਬਿਮਾਰੀਆਂ ਦਾ ਹੱਲ ਆਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚ ਦਿੱਤਾ ਹੈ, ਰੋਜ਼ ਪੜ੍ਹਦੇ ਹਾਂ ਫਿਰ ਵੀ ਪੱਲੇ ਨਹੀਂ ਪਏਗੀ। ਹੋਰ ਹਿੰਟ ਦੇ ਦੇ ਜੀ ਲਾਸਟ 5-7 ਪੌੜੀਆਂ ਲਾਸਟ ਵਾਲੀਆਂ ਦੇ ਵਿੱਚ ਇਹਦਾ ਹੱਲ ਦਿੱਤਾ ਅਤੇ ਬਿਮਾਰੀਆਂ ਦਿੱਤੀਆਂ, ਫਿਰ ਵੀ ਸਮਝ ਨਹੀਂ ਆਏਗੀ। ਹੋਰ ਨੇੜੇ ਕਰ ਲਈਏ ਜੀ ਅਖੀਰਲੀ ਪੌੜੀ ਦੇ ਵਿੱਚ ਇਹ ਬਿਮਾਰੀਆਂ ਅਤੇ ਇਹਨਾਂ ਦਾ ਨਾਮ ਦੱਸਿਆ, ਔਰ ਗੁਰਮੁਖੋ ਤਾਂ ਵੀ ਗੱਲ ਪੱਲੇ ਨਹੀਂ ਪੈਂਦੀ, ਕਿਉਂਕਿ ਗੁਰਬਾਣੀ ਤਾਂ ਅਸੀਂ ਵਿਚਾਰਦੇ ਹੀ ਨਹੀਂ, ਪੜ੍ਹਦੇ ਹਾਂ। ਕਿਹੜੀਆਂ 3 ਤਰ੍ਹਾਂ ਦੀਆਂ ਬਿਮਾਰੀਆਂ ਨੇ? ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਧਿਆਨ ਦੇ ਨਾਲ ਸਰਵਣ ਕਰ ਲਓ। ਇੱਕ ਬਿਮਾਰੀ ਹੈ ਦੁੱਖ। ਦੁੱਖ ਕਿਹਨੂੰ ਕਹਿੰਦੇ ਨੇ? ਗੁਰਸਿੱਖ ਸਾਨੂੰ ਗੁਰਬਾਣੀ ਗੁਰੂ ਦੇ ਆਧਾਰ 'ਤੇ ਸਮਝਾਉਂਦਾ ਹੈ ਕਿ ਇੱਕ ਬਿਮਾਰੀ ਹੈ ਦੁੱਖ। ਦੁੱਖ ਕਿਹੜਾ ਹੈ? ਸਰੀਰ ਤੰਦਰੁਸਤ ਹੈ, ਕਿਸੇ ਦੇ ਨਾਲ ਕੋਈ ਹਾਦਸਾ ਹੋਇਆ, ਆਪਾਂ ਕਹਿਣਾ ਜੀ ਮੈਨੂੰ ਸੁਣ ਕੇ ਬੜਾ ਦੁੱਖ ਲੱਗਿਆ, ਸਰੀਰ ਤੰਦਰੁਸਤ ਹੈ। ਕਿਸੇ ਨਾਲ ਕੋਈ ਹਾਦਸਾ ਹੋਇਆ ਜਾਂ ਕਿਸੇ ਨੇ ਸਾਨੂੰ ਕੋਈ ਸ਼ਬਦ ਦੀ ਚੋਟ ਮਾਰ ਦਿੱਤੀ, ਆਪਾਂ ਕਹਿੰਦੇ ਜੀ ਤੁਹਾਡੇ 'ਤੇ ਸਾਨੂੰ ਆਹ ਉਮੀਦ ਨਹੀਂ ਸੀ, ਤੁਹਾਡੀ ਆਹ ਗੱਲ ਦੇ ਨਾਲ ਸਾਨੂੰ ਬੜਾ ਦੁੱਖ ਲੱਗਿਆ। ਦੁੱਖ ਦੇ ਲਈ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਇਹ ਸਮੇਂ ਥੋੜ੍ਹੇ ਸਮੇਂ ਬਾਅਦ ਆਪਣੇ ਆਪ ਕੱਟਿਆ ਜਾਂਦਾ ਹੈ। ਦੁੱਖ ਆਪਣੇ ਆਪ ਕੱਟਿਆ ਜਾਂਦਾ ਹੈ, ਉਹਦੇ ਲਈ ਸਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਇੱਕ ਹੁੰਦਾ ਰੋਗ, ਕੋਈ ਬਿਮਾਰੀ ਲੱਗ ਜਾਣੀ।
ਡਾਕਟਰੀ ਇਲਾਜ ਤੋਂ ਬਗੈਰ ਰੋਗ ਠੀਕ ਨਹੀਂ ਹੋ ਸਕਦਾ। ਜੇ ਅਸੀਂ ਘਰ ਤੋਂ ਚੱਲ ਕੇ ਜੇ ਕੋਈ ਰੋਗ ਲੱਗ ਜਾਏ, ਔਰ ਰੋਗ ਦੀ ਬਿਮਾਰੀ ਜਿਹੜਾ ਰੋਗ ਕੋਈ ਵੀ ਰੋਗ ਤੁਹਾਨੂੰ ਲੱਗ ਜਾਏ, ਗੁਰਮੁਖ ਪਿਆਰਿਓ, ਡਾਕਟਰੀ ਇਲਾਜ ਤੋਂ ਬਗੈਰ ਰੋਗ ਠੀਕ ਨਹੀਂ ਹੋ ਸਕਦਾ। ਸਾਨੂੰ ਡਾਕਟਰ ਦੀ ਸਹਾਇਤਾ ਲੈਣੀ ਪਏਗੀ, ਉਹਨੂੰ ਕਹਿੰਦੇ ਰੋਗ, ਔਰ ਡਾਕਟਰ ਦੇ ਕੋਲ ਉਸ ਦਾ ਇਲਾਜ ਹੈ। ਇੱਕ ਹੁੰਦਾ ਸੰਤਾਪ ਰੋਗ, ਸੰਤਾਪ ਭੋਗਣਾ। ਹੁਣ ਸੰਤਾਪ ਰੋਗ ਕਿਹਨੂੰ ਕਹਿੰਦੇ ਨੇ? ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਵੀ ਜੀ ਇਹਦੀ ਹੁਣ ਘਰ ਲਿਜਾ ਕੇ ਸੇਵਾ ਕਰ ਲਓ, ਹੁਣ ਇਹਦਾ ਕੋਈ ਹੱਲ ਨਹੀਂ। ਜਿਹੜੀ 2-4 ਦਿਨ 5 ਦਿਨ ਸੇਵਾ ਕਰਨੀ ਹੈ, ਇਹਦਾ ਕੋਈ ਹੱਲ ਨਹੀਂ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਅਤੇ ਪਰਿਵਾਰ ਵੀ ਥੱਕ ਗਿਆ, ਮੈਂਬਰ ਨੂੰ ਲਿਜਾਂਦਾ, ਉਹ ਵੀ ਹੱਥ ਜੋੜਦਾ ਬਈ ਪਤਾ ਨਹੀਂ ਹੁਣ ਅਸੀਂ ਤਾਂ ਕੋਈ ਡਾਕਟਰ ਛੱਡਿਆ ਹੀ ਨਹੀਂ, ਘਰ-ਬਾਰ ਵੇਚ ਕੇ ਤਾਂ ਉੱਤੇ ਲਾ ਬੈਠੇ ਆ, ਬਿਮਾਰੀ ਦੀ ਹਜੇ ਤੱਕ ਠੀਕ ਨਹੀਂ ਹੋ ਰਿਹਾ। ਅਖੀਰ ਪਰਿਵਾਰ ਇਹ ਗੱਲ ਦਾ ਫੈਸਲਾ ਲੈਂਦਾ ਵੀ ਇਹ ਜਿਹੜਾ ਸੰਤਾਪ ਰੋਗ ਹੈ, ਇਹਦਾ ਕੋਈ ਇਲਾਜ ਨਹੀਂ, ਕਿਤੇ ਇਹ ਛੂਤ ਦੀ ਬਿਮਾਰੀ ਨਾ ਹੋਏ, ਕਿਤੇ ਸਾਡੇ ਬੱਚਿਆਂ ਨੂੰ ਨਾ ਲੱਗ ਜਾਏ। ਜੇ ਘਰ ਦੇ ਵਿੱਚ ਕਿਸੇ ਨੂੰ ਸੰਤਾਪ ਰੋਗ ਹੋਏ ਨਾ, ਅਤੇ ਆਪਾਂ ਇਹ ਘਰਾਂ ਦੇ ਵਿੱਚ ਆਮ ਦੇਖਦੇ ਹਾਂ ਕਿ ਆਪਣੇ ਬਜ਼ੁਰਗਾਂ ਦਾ, ਆਪਣੇ ਮਾਤਾ ਪਿਤਾ ਜਾਂ ਜਿਹੜਾ ਮੈਂਬਰ ਸੰਤਾਪ ਰੋਗ ਤੋਂ ਪੀੜਤ ਹੈ, ਆਪਾਂ ਦੇਖਦੇ ਹਾਂ ਉਹਦਾ ਬੋਰੀ ਬਿਸਤਰਾ ਹੀ ਵੱਖਰੇ ਕਮਰੇ ਵਿੱਚ ਕਰ ਦਿੰਦੇ ਹਾਂ, ਉਹਦੇ ਭਾਂਡੇ ਵੱਖਰੇ ਕਰ ਦਿੰਦੇ ਹਾਂ। ਕਿਉਂ? ਕਿਉਂਕਿ ਸੰਤਾਪ ਰੋਗ ਆ, ਕਿਤੇ ਸਾਨੂੰ ਨਾ ਲੱਗ ਜਾਏ। ਔਰ ਕੀ ਪਰਿਵਾਰ ਦੇ ਮੈਂਬਰ ਕਰਦੇ ਨੇ? ਅਖੀਰਲੀ ਜਿਹੜੀ ਸੀੜੀ ਹੈ, ਆ ਸੰਗਤ ਵਿੱਚ ਆ ਕੇ ਪਰਿਵਾਰ ਦੇ ਮੈਂਬਰ ਗੁਰੂ ਕੇ ਵਜ਼ੀਰਾਂ ਨੂੰ ਬੇਨਤੀ ਕਰਦੇ ਨੇ ਵੀ ਗੁਰਮੁਖੋ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ ਹੁਣ ਤਾਂ ਸੰਤਾਪ ਹੀ ਭੋਗਦੇ ਨੇ, ਅਰਦਾਸ ਕਰ ਦਿਓ ਜੇ ਹੁਣ ਚਲੇ ਹੀ ਜਾਣ ਤਾਂ ਚੰਗੀ ਗੱਲ ਹੈ, ਪਰ ਮੌਤ ਨਹੀਂ ਆ ਰਹੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਉਧਰੋਂ ਜਿਹੜਾ ਗੁਰਸਿੱਖ ਹੈ, ਜਿਹੜਾ ਸੰਤਾਪ ਰੋਗ ਤੋਂ ਪੀੜਤ ਹੈ, ਉਹ ਮਾਲਕ ਦੇ ਅੱਗੇ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ, ਮੈਂ ਤਾਂ ਕਦੇ ਆਪਣੀ ਔਲਾਦ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਰੱਖੀ ਜਿਹੜੇ ਤੂੰ ਮੈਨੂੰ ਦਿਨ ਦਿਖਾ ਦਿੱਤੇ। ਜੇ ਆਪਾਂ ਪ੍ਰੈਕਟੀਕਲ ਵਿਚਾਰੀਏ, ਬੱਚਾ ਮੌਤ ਦੇ ਮੂੰਹ ਦੇ ਇੱਕ ਵੀ ਚਲੇ ਜਾਏ, ਕਦੇ ਮਾਂ ਪਿਓ ਨੇ ਆ ਕੇ ਕਿਸੇ ਨੂੰ ਇਹ ਗੱਲ ਨਹੀਂ ਕਹੀ ਮੇਰਾ ਬੱਚਾ ਸੰਤਾਪ ਭੋਗਦਾ, ਇਹਦੀ ਅਰਦਾਸ ਕਰ ਦਿਓ ਚਲੇ ਜਾਏ। ਮਾਂ ਪਿਓ ਆਪਣਾ ਜੀਵਨ ਵੇਚ ਵੱਟ ਕੇ ਬੱਚੇ 'ਤੇ ਲਾਉਣ ਨੂੰ ਤਿਆਰ ਹੋ ਜਾਂਦੇ, ਮੌਤ ਦੇ ਮੂੰਹ ਦੇ ਵਿੱਚੋਂ ਵੀ ਬੱਚੇ ਨੂੰ ਵਾਪਸ ਲੈ ਆਉਂਦੇ। ਕਿਉਂ? ਕਿਉਂਕਿ ਮੇਰੇ ਬੁਢਾਪੇ ਦਾ ਸਹਾਰਾ ਹੈ। ਔਰ ਜਿਨ੍ਹਾਂ ਬੱਚਿਆਂ 'ਤੇ ਇੰਨਾ ਮਾਣ ਕਰਦੇ ਆ ਗੁਰਮੁਖ ਪਿਆਰਿਓ, ਉਹੀ ਬੱਚੇ ਕਹਿੰਦੇ ਜੀ ਅਰਦਾਸ ਹੀ ਕਰ ਦਿਓ ਜੀ ਹੁਣ ਚਲੇ ਹੀ ਜਾਵੇ ਤਾਂ ਚੰਗੀ ਗੱਲ ਹੈ। ਬੜਾ ਮਨ ਨੂੰ ਧੱਕਾ ਲੱਗਦਾ ਵੀ ਮੈਂ ਤਾਂ ਕਦੇ ਗੱਲ ਸੋਚੀ ਨਹੀਂ ਸੀ ਮੇਰੇ ਬੱਚੇ ਮੇਰੇ ਨਾਲ ਐਂ ਕਰਨਗੇ। ਮਾਲਕ ਅੱਗੇ ਅਰਦਾਸਾਂ ਬੇਨਤੀਆਂ ਕਰਦਾ, ਹੇ ਸੱਚੇ ਪਾਤਸ਼ਾਹ, ਇਹ ਜਿਹੇ ਦਿਨ ਦਿਖਾਉਣ ਨਾਲੋਂ ਤਾਂ ਮੈਨੂੰ ਲੈ ਜਾ, ਮੈਂ ਜੀਵਨ 'ਚ ਰਹਿਣਾ ਨਹੀਂ ਚਾਹੁੰਦਾ, ਪਰ ਮੌਤ ਨਹੀਂ ਆ ਰਹੀ। ਸੱਜਣ ਮਿੱਤਰ ਯਾਰ ਦੋਸਤ ਜਿਹੜੇ ਇੱਕ ਦੂਜੇ ਤੋਂ ਜਾਨ ਮਾਰਦੇ ਸੀ, ਉਹ ਵੀ ਕਹਿੰਦੇ ਨੇ ਜੀ, ਜੇ ਗੱਲਾਂ ਕਰਦੇ ਸੁਣਦੇ ਹਾਂ ਵੀ ਜੀ ਫਲਾਨਾ ਸਿੰਘ ਹੈ ਹੁਣ ਤਾਂ ਸੰਤਾਪ ਹੀ ਭੋਗਦਾ, ਜੇ ਮਾਲਕ ਲੈ ਹੀ ਜਾਵੇ ਤਾਂ ਚੰਗੀ ਗੱਲ ਹੈ। ਕਿਉਂ? ਉਹ ਸਾਡੀ ਖਬਰ ਲੈਣ ਆਉਣ ਤੋਂ ਵੀ ਡਰਦੇ ਨੇ, ਕਿਤੇ ਰੋਗ ਸਾਨੂੰ ਨਾ ਲੱਗ ਜਾਏ। ਵੀ ਚੱਲ ਜੇ ਮਾਲਕ ਲੈ ਜਾਏ, ਭੋਗ ਤਾਂ ਇੱਕੋ ਵਾਰੀ ਜਾ ਆਵਾਂਗੇ, ਸੰਸਕਾਰ ਤੱਕ ਜਾਣ ਨੂੰ ਤਿਆਰ ਨਹੀਂ ਹੁੰਦੇ। ਜੇ ਜਾਣਗੇ ਤਾਂ ਦੂਰ ਖੜ ਖੜ ਕੇ ਦੇਖਦੇ ਹਾਂ ਕਿਤੇ ਕੋਈ ਅੰਦਰੋਂ ਇਹੋ ਜਿਹੀ ਗੈਸ ਨਾ ਚੜ੍ਹੇ ਆਵੇ ਜਿਹੜੀ ਸਾਨੂੰ ਚੜ੍ਹ ਜਾਏ। ਮੌਤ ਸਾਰਾ ਪਰਿਵਾਰ ਮੰਗਦਾ, ਪਰ ਮੌਤ ਨਹੀਂ ਆ ਰਹੀ, ਉਹਨੂੰ ਕਹਿੰਦੇ ਸੰਤਾਪ ਰੋਗ, ਜਿਹਦਾ ਦੁਨੀਆ ਵਿੱਚ ਕੋਈ ਇਲਾਜ ਨਹੀਂ। ਗੁਰਸਿੱਖ ਸਮਝਾਉਂਦਾ, ਗੁਰਮੁਖਾ ਬਿਮਾਰੀਆਂ ਸਿਰਫ 3 ਹੀ ਨੇ। ਇੱਕ ਹੈ ਦੁੱਖ, ਉਹ ਸਮੇਂ ਬਾਅਦ ਕੱਟਿਆ ਜਾਂਦਾ। ਇੱਕ ਹੁੰਦਾ ਰੋਗ, ਉਹ ਡਾਕਟਰੀ ਇਲਾਜ ਦੇ ਨਾਲ ਠੀਕ ਹੋ ਜਾਂਦਾ। ਇੱਕ ਹੁੰਦਾ ਸੰਤਾਪ ਭੋਗਣਾ, ਦੁਨੀਆ ਦੀ ਕੋਈ ਦਵਾਈ ਉੱਥੇ ਕੰਮ ਨਹੀਂ ਕਰ ਸਕਦੀ। ਪਰ ਉਹ ਸੰਤਾਪ ਜਿਹੜਾ ਰੋਗ ਹੈ, ਉਹ ਮਨ ਤੋਂ ਸ਼ੁਰੂ ਹੁੰਦਾ, ਮਾਨਸਿਕ ਰੋਗ ਤੋਂ ਸ਼ੁਰੂ ਹੁੰਦਾ। ਪਹਿਲਾਂ ਮਨ ਰੋਗੀ ਹੁੰਦਾ, ਮਨ ਦਾ ਰੋਗ ਤਨ ਵਿੱਚ ਆਉਂਦਾ। ਦੁਨੀਆ ਦੇ ਵਿੱਚ ਡਾਕਟਰ ਤਨ ਦਾ ਇਲਾਜ ਕਰ ਸਕਦਾ, ਪਰ ਮਨ ਦਾ ਇਲਾਜ ਨਹੀਂ ਕਰ ਸਕਦਾ। ਮਨ ਦਾ ਇਸ ਮਾਤ ਲੋਕ 'ਤੇ ਇੱਕੋ ਹੀ ਇੱਕ ਡਾਕਟਰ ਹੈ, ਗੁਰਬਾਣੀ, ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਸਿੱਖ ਸਮਝਾਉਂਦਾ, ਭਾਈ ਗੁਰਮੁਖਾ, ਤੂੰ ਚੱਲ ਕੇ ਸੰਗਤ ਵਿੱਚ ਆ, ਇਹ ਤੇਰੀਆਂ ਨਿਸ਼ਾਨੀਆਂ ਜਿਹੜੀਆਂ ਪ੍ਰਗਟ ਹੋ ਰਹੀਆਂ ਨਾ, ਇਹ ਸੰਤਾਪ ਰੋਗ ਦੀਆਂ ਨਿਸ਼ਾਨੀਆਂ ਨੇ।
ਤੂੰ ਚੱਲ ਕੇ ਸੰਗਤ ਵਿੱਚ ਆ, ਸੰਗਤ ਵਿੱਚ ਆ ਕੇ ਸੇਵਾ ਕਰ, ਸਿਮਰਨ ਕਰ, ਗੁਰਬਾਣੀ ਪੜ੍ਹ, ਵਿਚਾਰ। ਜਦੋਂ ਤੂੰ ਸੇਵਾ ਸਿਮਰਨ ਕਰੇਗਾ ਕੀ ਹੋਏਗਾ? ਤੇਰੇ ਸੁਭਾਅ ਵਿੱਚ ਸਹਿਜ ਆਏਗਾ। ਜਦੋਂ ਸੁਭਾਅ ਵਿੱਚ ਸਹਿਜ ਆਏਗਾ ਆਨੰਦ ਦੀ ਅਵਸਥਾ ਬਣੇਗੀ। ਕਿਵੇਂ ਆਨੰਦ ਦੀ ਬਣੇਗੀ? ਕਿਉਂਕਿ ਜਦੋਂ ਸੇਵਾ ਸਿਮਰਨ ਕਰੇਗਾ ਉਹ ਪਰਮਾਤਮਾ ਤੇਰੀ ਦੇਹੀ ਦੇ ਅੰਦਰੋਂ ਪ੍ਰਗਟ ਹੋਏਗਾ। ਜਦੋਂ ਪਰਮਾਤਮਾ ਇਸ ਦੇਹੀ ਅੰਦਰੋਂ ਬੋਲਦਾ ਉਹਨੂੰ ਅਨਹਦ ਬਾਣੀ ਆਖਿਆ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਆਖਿਆ। ਜਦੋਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਇੱਕ ਸਟੇਜ 'ਤੇ ਸਾਡੇ ਅੰਦਰੋਂ ਨਾਮ ਪ੍ਰਗਟ ਹੁੰਦਾ, ਅਨਹਦ ਬਾਣੀ ਨੂੰ ਨਾਮ ਆਖਿਆ। ਔਰ ਜਿਹੜਾ ਨਾਮ ਹੈ ਉਸੇ ਨੂੰ ਆਖਿਆ ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਦੁੱਖਾਂ ਦੀ ਦਾਰੂ ਹੈ ਨਾਮ। ਕਿ ਗੁਰੂ ਪਿਆਰਿਆ ਤੂੰ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰ। ਜਦੋਂ ਸੇਵਾ ਸਿਮਰਨ ਕਰੇਗਾ ਤੇਰੀ ਦੇਹੀ ਦੇ ਅੰਦਰੋਂ ਉਹ ਨਾਮ ਰੂਪੀ ਖਜ਼ਾਨਾ ਪ੍ਰਗਟ ਹੋਏਗਾ, ਜਿਹਦੀ ਨਿਸ਼ਾਨੀ ਆਪਾਂ ਰੋਜ਼ ਪੜ੍ਹਦੇ ਹਾਂ। ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ। ਜਿੱਥੇ ਮਾਲਕ ਆਪ ਸਾਡੇ ਮਨ ਨੂੰ ਨਵਾਜਦਾ, ਜਿਸੇ ਨਵਾਜੇ ਗੁਰਮੁਖ ਸਾਜੇ, ਨਾਮ ਵਸੇ ਤੇ ਸਾਨਹਦ ਵਾਜੇ, ਤਿਸ ਹੀ ਸੁੱਖ ਤਿਸ ਹੀ ਠੁਕਰਾਏ, ਤਿਸ ਨਾ ਆਵੇ ਜਮ ਨੇੜਾ ਹੈ। ਉੱਥੇ ਮਨ ਜਮਾਂ ਦੀ ਮਾਰ ਤੋਂ ਮੁਕਤ ਹੁੰਦਾ ਹੈ। ਕਹਿੰਦੇ ਤੂੰ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰ, ਗੁਰਬਾਣੀ ਪੜ੍ਹ, ਵਿਚਾਰ। ਕੀ ਹੋਏਗਾ? ਇਹ ਤੇਰੀ ਦੇਹੀ ਦੇ ਅੰਦਰੋਂ ਅਨਹਦ ਬਾਣੀ ਪ੍ਰਗਟ ਹੋਏਗੀ, ਜਿਹਨੂੰ ਸੁਣਦਿਆਂ ਤੇਰੇ ਮਨ ਵਿੱਚ ਚਾਉ ਬਣੇਗਾ। ਮਨ ਚਾਉ ਪਿਆ ਪ੍ਰਭ ਆਗੰਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਉਹ ਅਗੰਮ ਇਸ ਦੇਹੀ ਅੰਦਰੋਂ ਪ੍ਰਗਟ ਹੋਏਗਾ, ਉਹਦੇ ਨਾਲ ਤੇਰੇ ਮਨ ਵਿੱਚ ਚਾਉ ਬਣੇਗਾ। ਚਾਉ ਤੋਂ ਭਾਵ ਮਨ ਆਨੰਦ ਦੀ ਅਵਸਥਾ ਵਿੱਚ ਆ ਜਾਏਗਾ। ਜੇ ਤੀਸਰੇ ਪਾਤਸ਼ਾਹ ਜੀ ਨੇ ਆਨੰਦ ਮਾਣਿਆ ਤੇ ਆਨੰਦ ਸਾਹਿਬ ਦੀਆਂ 40 ਪੌੜੀਆਂ ਦਾ ਉਚਾਰਨ ਕੀਤਾ, ਉਹਦੇ 'ਚ ਸਾਰਾ ਇਹ ਮਿਲਾਪ ਦਾ ਹੀ ਰਸਤਾ ਦੱਸਿਆ। ਕਿੱਥੋਂ ਸ਼ੁਰੂ ਕਰਦੇ ਨੇ ਪਾਤਸ਼ਾਹ? ਰੋਜ਼ ਪੜ੍ਹਦੇ ਆ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰੂ ਨੂੰ ਪਾ ਲਿਆ। ਕਿਵੇਂ ਪਾਇਆ ਜੀ ਦੱਸੋਗੇ? ਉਹ ਕਹਿੰਦੇ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਆਹ ਸੁਭਾਅ 'ਚ ਜਿਹੜੀ ਵਿਚਾਰਾਂ ਦੀ ਤੇਜ਼ੀ ਸੀ ਨਾ, ਜਦੋਂ ਇਹ ਸੁਭਾਅ ਦੇ ਵਿੱਚ ਸਹਿਜ ਆਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ, ਆਨੰਦ ਚੁਨਕਾਰ ਇਸ ਦੇਹੀ ਅੰਦਰੋਂ ਪ੍ਰਗਟ ਹੋ ਗਈ। ਮਨ ਵੱਜੀਆਂ ਵਧਾਈਆਂ। ਨਿਸ਼ਾਨੀ ਦੱਸਦੇ ਨੇ, ਕਹਿੰਦੇ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਪਰੀਆਂ ਰੂਹਾਂ, ਗੁਰਮੁਖ ਰੂਹਾਂ ਨੂੰ ਆਖਿਆ। ਕਿ ਜਦੋਂ ਆ ਜਿੰਨੇ ਆਪਾਂ ਸਰੀਰ ਬੈਠੇ ਹਾਂ ਆਪਾਂ ਨੂੰ ਤਾਂ ਇੰਨੇ ਕੁ ਦਿਖਾਈ ਦਿੰਦੇ ਨੇ, ਬਹੁਤ ਗੁਰਮੁਖ ਰੂਹਾਂ ਨਾਲ ਬੈਠ ਕੇ ਜਪਦੀਆਂ। ਜਿੱਥੇ ਮਾਲਕ ਦੀ ਉਸਤਤ ਦਾ, ਸੇਵਾ ਦਾ, ਸਿਮਰਨ ਦਾ ਸਮਾਂ ਨਿਸ਼ਚਿਤ ਕੀਤਾ ਜਾਏ, ਗੁਰਮੁਖੋ ਬੜੀਆਂ ਗੁਰਮੁਖ ਰੂਹਾਂ ਉੱਥੇ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਦੀਆਂ। ਪਰੀਆਂ ਸ਼ਬਦ ਗਾਵਣ ਆਈਆਂ ਤੇ ਗੁਰਮੁਖੋ ਇਹੋ ਜਿਹੀ ਅਵਸਥਾ ਬਣੀ। ਨਾ ਸਭ ਦੀਆਂ 40 ਪੌੜੀਆਂ ਦਾ ਪਾਤਸ਼ਾਹ ਜੀ ਨੇ ਉਚਾਰਨ ਕਰ ਦਿੱਤਾ। ਗੁਰਸਿੱਖ ਸਮਝਾਉਂਦਾ ਕਿ ਜਦੋਂ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰੇਗਾ, ਗੁਰਬਾਣੀ ਪੜ੍ਹੇਗਾ, ਵਿਚਾਰੇਗਾ, ਆਹ ਸਿਮਰਨ ਦੇ ਨਾਲ ਕੀ ਹੋਏਗਾ? ਤੇਰੇ ਅੰਦਰੋਂ ਅਨਹਦ ਬਾਣੀ ਪ੍ਰਗਟ ਹੋਏਗੀ। ਜਦੋਂ ਪ੍ਰਮਾਤਮਾ ਇਸ ਦੇਹੀ ਅੰਦਰੋਂ ਬੋਲਦਾ ਉਹਨੂੰ ਅਨਹਦ ਬਾਣੀ ਆਖਿਆ। ਜਿਹਨੂੰ ਪੜ੍ਹਦੇ ਹਾਂ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰਨਾ ਕੋਈ। ਆਪਾਂ ਪੜ੍ਹਦੇ ਰੋਜ਼ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਕਿਹੜੀ ਬਾਣੀ ਗੁਰੂ ਹੈ? ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਜਿਹਨੂੰ ਅਨਹਦ ਬਾਣੀ ਆਖਿਆ। 5 ਸ਼ਬਦ ਆਖਿਆ, ਵਾਜੇ ਸ਼ਬਦ ਕਨੇਰੇ ਆਖਿਆ, ਵਾਜੇ ਨਾ ਤੂਰੇ ਆਖਿਆ, ਸੱਚਾ ਸ਼ਬਦ ਆਖਿਆ, ਸਹਿਜ ਧੁਨ ਬਾਣੀ ਆਖਿਆ, ਨਾਮ ਆਖਿਆ, ਹੁਕਮ ਆਖਿਆ, ਹਰ ਕੀ ਕਥਾ ਆਖਿਆ। ਸਭ ਤੋਂ ਉੱਤਮ ਹਰ ਕੀ ਕਥਾ। ਨਾਮ ਸੁਣ ਤੋਂ ਦਰਦ ਕਲਤਾ, ਉਹਨੂੰ ਬਾਣੀ ਆਖਿਆ। ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਉਹਦਾ ਭੇਦ ਕੌਣ ਦੇਵੇਗਾ? ਗੁਰਬਾਣੀ ਕਹੇ। ਇੱਥੇ ਬੇਨਤੀ ਕਰ ਦਈਏ, ਬਾਣੀ ਅਤੇ ਗੁਰਬਾਣੀ ਵਿੱਚ ਕੀ ਫਰਕ ਹੈ? ਜਿਹੜੀ ਬਾਣੀ ਇੱਥੋਂ ਸਿੱਧੀ ਪ੍ਰਗਟ ਹੋ ਰਹੀ ਹੈ, ਹੁਕਮ ਇੱਕੋ ਹੀ ਹੈ ਅਕਾਲ ਪੁਰਖ। ਗੁਰਬਾਣੀ ਅਤੇ ਬਾਣੀ ਹੁਕਮ ਇੱਕੋ ਹੀ ਹੈ, ਪਰ ਫਰਕ ਕੀ ਹੈ? ਇੱਕ ਹੁਕਮ ਇੱਥੋਂ ਸਪੇਸ ਦੇ ਵਿੱਚੋਂ ਸਿੱਧਾ ਪ੍ਰਗਟ ਹੁੰਦਾ, ਇੱਕ ਉਸੇ ਹੁਕਮ ਨੂੰ ਸਾਡੇ ਗੁਰੂ ਸਾਹਿਬਾਨ ਨੇ ਸਾਡੀ ਭਾਸ਼ਾ ਦੇ ਵਿੱਚ ਟਰਾਂਸਲੇਸ਼ਨ ਕਰ ਦਿੱਤਾ, ਕਲਮਬੰਦ ਕਰ ਦਿੱਤਾ। ਜਿਹੜੀ ਇੱਥੋਂ ਸਿੱਧੀ ਪ੍ਰਗਟ ਹੋ ਰਹੀ ਹੈ ਉਹ ਬਾਣੀ ਹੈ। ਔਰ ਗੁਰਮੁਖ ਪਿਆਰਿਓ, ਜੋ ਉਸੇ ਹੁਕਮ ਨੂੰ ਸਾਡੀ ਭਾਸ਼ਾ 'ਚ ਟਰਾਂਸਲੇਸ਼ਨ ਕਰ ਦਿੱਤਾ ਹੈ, ਉਸ ਨੂੰ ਗੁਰਬਾਣੀ ਆਖਿਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ। ਆ ਸਾਨੂੰ ਸੇਵਕ ਆਖਿਆ। ਕਹਿੰਦੇ ਸੇਵਕ ਜਨ ਮਾਨੈ ਕੀ ਹੋਏਗਾ? ਪ੍ਰਤੱਖ
ਗੁਰੂ ਨਸਤਾਰੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਰਹਿ ਜਾਏਗੀ। ਫਿਰ ਸਰਵਣ ਕਰ ਲਓ। ਇੱਕ ਅਵਸਥਾ ਤੇ ਗੁਰੂ ਸਾਹਿਬਾਂ ਨੇ ਬਾਣੀ ਉਚਾਰਨ ਕੀਤੀ, ਇੱਕ ਅਵਸਥਾ ਤੇ ਗੁਰਬਾਣੀ ਆਪਾਂ ਵੀ ਪੜ੍ਹਦੇ ਹਾਂ, ਫਰਕ ਤੇ ਹੈ ਨਾ। ਇੱਕ ਅਵਸਥਾ ਤੇ ਗੁਰਬਾਣੀ, ਜੇ ਗੁਰੂ ਨਾਨਕ ਪਾਤਸ਼ਾਹ ਆਖਦੇ ਮਰਦਾਨਾ ਰਵਾਬ ਛੇੜ ਬਾਣੀ ਆਈ ਹੈ ਤੇ ਉਹੀ ਹੈ ਨਾ ਗੁਰਬਾਣੀ ਜੋ ਸਾਨੂੰ ਲਿਖਤ ਰੂਪ 'ਚ ਦੇ ਗਏ ਨੇ। ਹੁਕਮ ਉਹੀ ਹੈ, ਇੱਕ ਹੁਕਮ ਇੱਥੋਂ ਸਿੱਧਾ ਪ੍ਰਗਟ ਹੋ ਰਿਹਾ, ਪਰ ਸਾਡੀ ਸਮਰੱਥਾ ਨਹੀਂ ਕਿ ਉਸ ਨੂੰ ਪਕੜ ਸਕੀਏ। ਇੱਕ ਉਸੇ ਹੁਕਮ ਨੂੰ ਸਾਡੀ ਭਾਸ਼ਾ ਦੇ ਵਿੱਚ ਟਰਾਂਸਲੇਸ਼ਨ ਕਰ ਦਿੱਤਾ, ਇਸ ਨੂੰ ਆਖਿਆ ਗੁਰਬਾਣੀ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਕੀ ਹੋਏਗਾ? ਕਹਿੰਦੇ ਪ੍ਰਤੱਖ ਗੁਰੂ ਨਸਤਾਰਾ, ਜਿਹਨੂੰ ਆਪਾਂ ਪੜ੍ਹਦੇ ਹਾਂ ਤੇਰਾ ਮੁੱਖ ਸੁਹਾਵਾ ਜੀਓ ਸਹੀ ਧੁਨ ਬਾਣੀ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਸਿੱਖ ਸਮਝਾਉਂਦੇ ਕਿ ਉਹ ਜਿਹੜੀ ਬਾਣੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇ ਵਡੋਰ ਨਾ ਕੋਈ। ਉਹ ਬਾਣੀ ਨੂੰ ਅਨਹਦ ਬਾਣੀ ਆਖਿਆ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਜਿਹਨੂੰ ਹਰ ਰਸ ਨਹੀਂ ਆਇਆ, ਲੱਖ ਆਖੀਏ ਜੀ ਅਸੀਂ ਗੁਰਸਿੱਖ ਹਾਂ। ਪਾਤਸ਼ਾਹ ਨੇ ਫੈਸਲਾ ਦੇ ਦਿੱਤਾ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਹਰ ਰਸ ਕਿੱਥੋਂ ਆਏਗਾ? ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਆ ਜਦੋਂ ਅੰਦਰੋਂ ਉਹ ਨਾਮ ਉਹ ਹੁਕਮ ਪ੍ਰਗਟ ਹੋਏਗਾ, ਉਦੋਂ ਹਰ ਰਸ ਇਸ ਰਸਨਾ 'ਤੇ ਆਏਗਾ, ਜਿਹਨੂੰ ਆਪਾਂ ਪੜ੍ਹਦੇ ਹਾਂ। ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ, ਅਨਹਦ ਸ਼ਬਦ ਦਸਵੇਂ ਦਵਾਰ ਵਜਿਓ ਤਾਂ ਅੰਮ੍ਰਿਤ ਨਾਮ 'ਚੋਂ ਆਇਆ ਥਾ। ਪ੍ਰੈਕਟੀਕਲੀ ਆ ਰਸਨਾ ਤੇ ਅੰਮ੍ਰਿਤਾਸ, ਕੋਈ ਗਿਆਨ ਦੀ ਗੱਲ ਨਹੀਂ। ਪ੍ਰੈਕਟੀਕਲੀ ਆ ਜਿਵੇਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹੁ ਲੈਂਦੇ ਆ, ਉਹ ਰਸ ਮੁੱਖ ਦੇ ਵਿੱਚ ਪਾਉਂਦੇ ਨੇ। ਉਹ ਅੰਮ੍ਰਿਤ ਦਾ ਚੂੜਾ ਮੁੱਖ 'ਚ ਪਾਉਂਦੇ ਆ, ਨੇਤਰਾਂ 'ਚ ਪਾਉਂਦੇ ਆ, ਸਿਰ ਦੇ ਵਿੱਚ ਪਾਉਂਦੇ ਆ। ਔਰ ਗੁਰਮੁਖੋ ਪ੍ਰੈਕਟੀਕਲੀ ਉਹ ਅੰਮ੍ਰਿਤ ਇੱਥੇ ਅੰਦਰੋਂ ਪ੍ਰਗਟ ਹੋਏਗਾ। ਅੰਤਰ ਖੁੰਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੇ। ਜਦੋਂ ਉਹ ਮਾਲਕ ਸਾਡੇ ਅੰਦਰੋਂ ਬੋਲਦਾ, ਉਸ ਨੂੰ ਅਨਹਦ ਬਾਣੀ ਆਖਿਆ। ਔਰ ਜਦੋਂ ਮਨ ਉਸ ਨੂੰ ਸੁਣਦਾ, ਆਨੰਦ ਦੀ ਅਵਸਥਾ ਬਣਦੀ ਹੈ। ਹੁਣ ਮਨ ਆਨੰਦ ਦੇ ਵਿੱਚ ਅਗੰਮ ਵੱਲ ਵੱਧ ਰਿਹਾ। ਅਗੰਮ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਜੀਵਨ ਵੱਲ ਵੱਧ ਰਿਹਾ। ਇੱਕ ਅਵਸਥਾ ਆਉਂਦੀ ਹੈ ਕਿ ਰਸਨਾ 'ਤੇ ਆ ਕੇ ਦੋਨਾਂ ਦਾ ਮਿਲਾਪ ਹੋ ਜਾਂਦਾ ਹੈ, ਔਰ ਮਨ ਸੁਣਨ ਦੀ ਅਵਸਥਾ ਵਿੱਚ ਆ ਜਾਂਦਾ ਹੈ, ਔਰ ਮਾਲਕ ਰਸਨਾ 'ਤੇ ਆ ਕੇ ਬੋਲਦਾ ਹੈ। ਜਦੋਂ ਉਹ ਪ੍ਰਮਾਤਮਾ ਜਿਹਨੂੰ ਆਪਾਂ ਪੜ੍ਹਦੇ ਹਾਂ, ਜਿੱਥੇ ਮਨ ਸਾਧਿਆ ਜਾਂਦਾ, ਸੁਭਾਅ ਵਿੱਚ ਸਹਿਜ ਬਣਦਾ, ਜਿਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ, ਸਾਧੂ ਬੋਲੇ ਜਿਹਨੇ ਮਨ ਨੂੰ ਸਾਧਿਆ। ਇਹ ਕਿਸੇ ਚੋਲੇ ਦਾ ਨਾਮ ਨਹੀਂ। ਜਿਹਨੇ ਮਨ ਨੂੰ ਸਾਧਿਆ, ਮਨ ਅਸਾਧ ਸਾਧੇ ਜਨ ਕੋਈ ਵਿਰਲਾ ਜਿਹੜਾ ਮਨ ਨੂੰ ਸਾਧਨਾ ਸਿੱਖਦਾ। ਜਿਹਨੇ ਮਨ ਨੂੰ ਸਾਧਿਆ, ਕਹਿੰਦੇ ਸਾਧੂ ਬੋਲੇ ਸਹਿਜ ਸੁਭਾਅ। ਕੀ ਹੋਏਗਾ? ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਕਿਉਂ ਨਹੀਂ ਜਾਂਦਾ? ਕਿਉਂਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ। ਉਹ ਪਰਮਾਤਮਾ ਰਸਨਾ 'ਤੇ ਆ ਕੇ ਬੋਲਦਾ, ਮਨ ਸਰੋਤਾ ਬਣ ਕੇ ਬੈਠ ਜਾਂਦਾ। ਜਦੋਂ ਇੱਕ ਹੈ ਅਨਹਦ, ਇੱਕ ਹੈ ਆਨੰਦ, ਇੱਕ ਹੈ ਆਨੰਦ। ਜਦੋਂ ਮਾਲਕ ਅਗੰਮ ਦੇ ਵਿੱਚੋਂ ਵਾਧਾ ਸਾਡੀ ਰਸਨਾ 'ਤੇ ਆ ਜਾਂਦਾ, ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚੋਂ ਇਕਾਗਰ ਹੁੰਦਾ ਸਰੋਤਾ ਬਣ ਕੇ ਬੈਠ ਜਾਂਦਾ। ਮਾਲਕ ਬੋਲ ਰਿਹਾ ਤੇ ਮਨ ਸੁਣ ਰਿਹਾ, ਉਸ ਨੂੰ ਕਹਿੰਦੇ ਨੇ ਆਨੰਦ। ਜਿੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ। ਗੁਰਮਤਿ ਕਿੱਥੋਂ ਸ਼ੁਰੂ ਹੁੰਦੀ ਹੈ? ਜਿਹਨੂੰ ਆਪਾਂ ਪੜ੍ਹਦੇ ਹਾਂ, ਰੋਜ਼ ਪੜ੍ਹਦੇ ਹਾਂ, ਪੰਚੈ ਸ਼ਬਦ ਬੱਜੇ ਮਤ ਗੁਰਮਤਿ ਬੜ ਭਾਗੀ ਅਨਹਦ ਵਜਿਆ। ਇੱਥੋਂ ਗੁਰਮਤਿ ਸ਼ੁਰੂ ਹੁੰਦੀ ਹੈ। ਜਦੋਂ ਗੁਰਮਤਿ ਸ਼ੁਰੂ ਹੁੰਦੀ ਹੈ, ਮਾਲਕ ਰਸਨਾ 'ਤੇ ਆ ਕੇ ਬੋਲਦਾ ਤੇ ਮਨ ਸੁਣਦਾ, ਉਹਨੂੰ ਕਹਿੰਦੇ ਨੇ ਆਨੰਦ। ਜਦੋਂ ਉਹ ਆਨੰਦ ਦੀ ਅਵਸਥਾ ਬਣਦੀ ਹੈ, ਪਾਤਸ਼ਾਹ ਕਹਿੰਦੇ ਗੁਰਮੁਖਾ ਹੁਣ ਤੇਰਾ ਜੀਵਨ ਵੱਡਿਆਂ ਭਾਗਾਂ ਵਾਲਾ ਬਣਿਆ। ਕੀ ਪੜ੍ਹਦੇ ਹੈ? ਆਨੰਦ ਸੁਣੋ ਬੜ ਭਾਗਿਓ। ਕਈ ਤਾਂ ਇਹ ਸੋਚ ਲੈਂਦੇ ਆ ਸ਼ਾਇਦ ਗੁਰੂ ਸਾਹਿਬ ਟਿੱਪੀ ਪਾਉਣੀ ਭੁੱਲ ਗਏ। ਗੁਰਮੁਖੋ ਅਨਹਦ ਵੱਖਰਾ ਹੈ, ਆਨੰਦ ਵੱਖਰਾ ਹੈ, ਆਨੰਦ ਵੱਖਰਾ ਹੈ। ਆਨੰਦ ਮੰਨਣ ਵਾਲੀ ਚੀਜ਼ ਹੈ। ਅਨਹਦ ਉਹ ਮਾਲਕ ਸ੍ਰਿਸ਼ਟੀ ਦੇ ਵਿੱਚ ਰਵਿਆ, ਔਰ ਜਦੋਂ ਮਾਲਕ ਰਸਨਾ 'ਤੇ ਆ ਕੇ ਬੋਲਦਾ, ਇਹਨੂੰ ਆਨੰਦ ਕਹਿੰਦੇ ਨੇ। ਆਨੰਦ ਜਦੋਂ ਮਾਲਕ ਰਸਨਾ 'ਤੇ ਆ ਕੇ ਬੋਲਦਾ, ਆਨੰਦ ਦੀ ਅਵਸਥਾ ਬਣਦੀ। ਗੁਰਸਿੱਖ ਸਮਝਾਉਂਦਾ ਕਿ ਜਦੋਂ ਸੇਵਾ ਸਿਮਰਨ ਕਰੇਗਾ, ਤੇਰੀ ਅਵਸਥਾ ਆਨੰਦ ਵਾਲੀ ਬਣ ਜਾਏਗੀ। ਉੱਥੇ ਕਿਰਪਾ ਕੀ ਹੋਏਗੀ? ਰੋਜ਼ ਪੜ੍ਹਦੇ ਹਾਂ, ਫਿਰ ਵਿਚਾਰ ਲਈਏ। ਕੀ ਪੜ੍ਹਦੇ ਹਾਂ? ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਹੁਣ ਇਹਦੇ ਨਾਲ ਕਿਰਪਾ ਕੀ ਹੋਏਗੀ? ਕਹਿੰਦੇ ਦੁੱਖ ਰੋਗ ਸੰਤਾਪ ਉਤਰੇ।
ਜਿਸ ਸੰਤਾਪ ਦਾ ਦੁਨੀਆ ਦੇ ਵਿੱਚ ਇਲਾਜ ਨਹੀਂ, ਪਰ ਸਤਿਗੁਰੂ ਦੇ ਦਰ 'ਤੇ ਉਹਦਾ ਇਲਾਜ ਹੈ। ਕਹਿੰਦੇ ਜੇ ਤੇਰੇ ਜੀਵਨ ਦੇ ਵਿੱਚ ਦੁੱਖ ਹੈ, ਇਸ ਅਵਸਥਾ ਦੇ ਵਿੱਚ ਦੁੱਖ ਕੱਟਿਆ ਜਾਏਗਾ। ਅਗਰ ਤੇਰੇ ਜੀਵਨ ਦੇ ਵਿੱਚ ਰੋਗ ਹੈ, ਉਹ ਰੋਗ ਕੱਟਿਆ ਜਾਏਗਾ। ਅਗਰ ਤੇਰੇ ਜੀਵਨ ਵਿੱਚ ਸੰਤਾਪ ਰੋਗ ਹੈ, ਪਿੰਗਲੇ ਨੂੰ ਸੰਤਾਪ ਰੋਗ ਇਹ ਸੀ ਨਾ, ਜਦੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਾਇਆ, ਉਦੋਂ ਤੇ ਇੱਕ ਛੋਟਾ ਏਰੀਆ ਸੀ ਜਿੱਥੇ ਉਹ ਬਣਿਆ ਸੀ। ਸੰਤਾਪ ਰੋਗ ਕੱਟਿਆ ਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ। ਪਰ ਉਹ ਤਾਂ ਉਦੋਂ ਦੀ ਗੱਲ ਸੀ। ਅੱਜ ਦੇਖਦੇ ਹਾਂ ਆਪਾਂ ਕਿੰਨੇ ਕਿੰਨੇ ਵੱਡੇ ਕਰਮ ਰੋਗ ਉੱਥੇ ਕੱਟੇ ਜਾਂਦੇ। ਤੀਰਥ ਹੈ, ਪਰ ਗੁਰਮੁਖੋ ਤੀਰਥ ਸਾਡੇ ਅੰਦਰ ਵੀ ਹੈ। ਨਾਉ ਨਿਦਮਰ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਨਾਮ ਨੂੰ ਤੀਰਥ ਆਖਿਆ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਲ ਨਾਓ। ਉਹ ਨਾਮ ਰੂਪੀ ਤੀਰਥ ਦੇਹੀ ਅੰਦਰੋਂ ਪ੍ਰਗਟ ਹੁੰਦਾ। ਜਦੋਂ ਮਨ ਉਸ ਤੀਰਥ 'ਤੇ ਜਾ ਕੇ ਇਸ਼ਨਾਨ ਕਰਦਾ, ਕੀ ਹੁੰਦਾ? ਸਤਿਗੁਰੂ ਕਹਿੰਦੇ ਜੀਵਨ ਵਿੱਚ ਦੁੱਖ ਹੈ, ਤੇਰਾ ਦੁੱਖ ਕੱਟਿਆ ਜਾਏਗਾ। ਤੇਰੇ ਜੀਵਨ ਦੇ ਵਿੱਚ ਰੋਗ ਹੈ, ਰੋਗ ਕੱਟਿਆ ਜਾਏਗਾ। ਤੇਰੇ ਜੀਵਨ ਵਿੱਚ ਸੰਤਾਪ ਰੋਗ ਹੈ, ਉਹ ਸੰਤਾਪ ਰੋਗ ਕੱਟਿਆ ਜਾਏਗਾ। ਅੱਜ ਤੰਦਰੁਸਤ ਹੈ, ਆਪਾਂ ਗਰੰਟੀ ਨਹੀਂ ਲੈ ਸਕਦੇ ਸਾਰੀ ਜ਼ਿੰਦਗੀ ਤੰਦਰੁਸਤ ਰਹਾਂਗੇ। ਪਤਾ ਨਹੀਂ ਕਿਹੜੇ ਵੇਲੇ ਕਿਹੜੇ ਸੰਤਾਪ ਰੋਗ ਨੇ ਸਾਨੂੰ ਢਾਹ ਲੈਣਾ। ਗੁਰਮੁਖੋ ਤਨ ਤੱਕ ਸੰਤਾਪ ਰੋਗ ਪਹੁੰਚ ਜਾਏ, ਕੱਟਣ ਨੂੰ ਬੜਾ ਸਮਾਂ ਲੱਗਦਾ। ਪਰ ਜੇ ਕਿਤੇ ਤਨ ਤੱਕ ਆਉਣ ਤੋਂ ਪਹਿਲਾਂ ਹੀ ਕੱਟ ਲਈਏ, ਭਾਵ ਪਹਿਲਾਂ ਹੀ ਬਾਣੀ ਗੁਰੂ ਦੇ ਲੜ ਲੱਗ ਜਾਈਏ, ਪਹਿਲਾਂ ਹੀ ਸੇਵਾ ਸਿਮਰਨ ਦੇ ਲੜ ਲੱਗ ਜਾਈਏ, ਗੁਰਮੁਖੋ ਤਨ ਤੱਕ ਆਉਣ ਤੋਂ ਪਹਿਲਾਂ ਹੀ ਕੱਟਿਆ ਜਾਂਦਾ ਹੈ। ਜਿਸ ਰੋਗ ਤੋਂ ਅਸੀਂ ਬੇਖਬਰ ਹੈ, ਗੁਰਮੁਖੋ ਤਨ ਤੱਕ ਆਉਣ ਤੋਂ ਪਹਿਲਾਂ ਕੱਟਿਆ ਜਾਂਦਾ ਹੈ। ਜੇ ਅਸੀਂ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਦੇ ਹਾਂ, ਕਹਿੰਦੇ ਦੁੱਖ ਰੋਗ ਸੰਤਾਪ ਹੀ ਉਤਰੇ। ਉਹ ਸੰਤਾਪ ਵਰਗੇ ਰੋਗ ਵੀ ਕੱਟੇ ਜਾਂਦੇ ਕਦੋਂ? ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਬੈਠ ਕੇ ਸੁਣਦੇ ਹਾਂ, ਉਹਦਾ ਆਨੰਦ ਮਾਣਦੇ ਹਾਂ। ਸੁਣੀ ਸੱਚੀ ਬਾਣੀ। ਹੁਣ ਇਹ ਬਖਸ਼ਿਸ਼ ਕਿਵੇਂ ਹੋਈ? ਕਹਿੰਦੇ ਸੰਤ ਸਾਜਨ ਭਏ ਸਾਰਸੇ। ਸਰਸੇ ਸਾਰਸੇ, ਕਈਆਂ ਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਸਰਸੇ ਜਾ ਕੇ ਪਰਮਾਤਮਾ ਮਿਲ ਜਾਏ। ਗੁਰਮੁਖੋ ਸਾਰਸੇ ਰੱਤੀ ਰੂਹ। ਜਿਹੜੇ ਮਾਲਕ ਦੀ ਰੰਗਤ ਵਿੱਚ ਰੰਗੀਆਂ ਰੂਹਾਂ ਦਾ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮਦਾਰ, ਜਿਨ੍ਹਾਂ ਦੇ ਮਨ ਦਾ ਆਧਾਰ ਹੀ ਨਾਮ ਮਾਲਕ ਦਾ ਹੁਕਮ ਹੈ। ਜਿਹੜੇ ਕਿਸੇ ਬਾਹਰ ਕਿਸੇ ਵੀ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ, ਸਿਰਫ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ। ਕਹਿੰਦੇ ਜਦੋਂ ਉਹੋ ਜਿਹੀਆਂ ਰੱਤੀਆਂ ਰੂਹਾਂ ਦਾ ਸੰਗ ਹੋਇਆ, ਉਹ ਸੰਤ ਮਿਲੇ, ਉਹ ਸੱਜਣ ਮਿਲੇ, ਉਹ ਪਿਆਰੇ ਮਿਲੇ, ਉਹ ਗੁਰਮੁਖ ਮਿਲੇ, ਉਹ ਰੱਤੀਆਂ ਰੂਹਾਂ ਦਾ ਸੰਗ ਹੋਇਆ। ਸੰਤ ਸਾਜਨ ਭਏ ਸਾਰਸੇ। ਜਿਵੇਂ ਜਲੇਬੀ ਕੱਢਦੇ ਆ ਨਾ, ਜਲੇਬੀ ਨੂੰ ਰਸ ਵਿੱਚ ਸਿੱਟ ਦਈਏ, ਅੰਦਰ ਬਾਹਰ ਇੱਕ ਰਸ ਹੋ ਜਾਂਦਾ ਹੈ। ਔਰ ਜਿਹੜੇ ਗੁਰਮੁਖ ਮਾਲਕ ਦੀ ਰੰਗਤ ਵਿੱਚ ਰੰਗੇ, ਉਹਨਾਂ ਰੱਤੀਆਂ ਰੂਹਾਂ ਦਾ ਜਦੋਂ ਸੰਗ ਹੁੰਦਾ, ਉਹਨੂੰ ਸਰਸੇ ਕਹਿੰਦੇ ਨੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਪੂਰਾ ਗੁਰੂ ਕਿਸ ਨੂੰ ਆਖਿਆ? ਪੂਰਾ ਗੁਰੂ ਸ਼ਬਦ ਗੁਰੂ ਨੂੰ ਆਖਿਆ। ਪੂਰੇ ਗੁਰ ਤੇ ਜਾਣੀ, ਉਹ ਜੋ ਅਨਹਦ ਚੁਨਕਾਰ ਪ੍ਰਗਟ ਹੁੰਦੀ, ਉਸੇ ਨੂੰ ਸ਼ਬਦ ਗੁਰੂ ਆਖਿਆ। ਜਦੋਂ ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ? ਤੇ ਗੁਰੂ ਸਾਹਿਬਾਨ ਨੇ ਦੱਸਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤੀ ਨੂੰ ਉਹਦੀ ਧੁਨ ਵਿੱਚ ਲਾ ਕੇ ਚੱਲਦਾ। ਜਿਹਨੂੰ ਪਰਮਾਤਮਾ ਦੇ ਚਰਨ ਆਖਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖ ਰਹੇ ਨੇ, ਕਹਿੰਦੇ ਚੇਤਨਾ ਭਇਓ ਹਮਰੋ ਆਵਨ ਕੋ ਚੁਭੀ ਰਹੀ ਸੁਰਤ ਪ੍ਰਭ ਚਰਨਨ ਵਿੱਚ। ਉਹਨੂੰ ਪਰਮਾਤਮਾ ਦੇ ਚਰਨ ਵੀ ਆਖਿਆ। ਕੀ ਪੜ੍ਹਦੇ ਹਾਂ? ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ। ਜਿਹੜਾ ਉਸ ਅਵਸਥਾ ਵਿੱਚ ਬੈਠ ਕੇ ਸੁਣਦਾ, ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦਾ। ਜਿਸ ਸਿਮਰਤ ਸਭ ਕਿਲਵਿਕ ਨਾਸੈ ਪਿੱਤਰੀ ਹੋਏ ਉਧਾਰੋ। ਉਹਦੇ ਪਿੱਤਰਾਂ ਦਾ ਉਧਾਰ ਹੋ ਜਾਂਦਾ, ਆਪਣੀਆਂ ਕੁੱਲਾਂ ਦਾ ਉਧਾਰ ਕਰ ਲੈਂਦਾ। ਇੱਕ ਗੁਰਸਿੱਖ ਕੁੱਲ ਦੇ ਵਿੱਚ ਇਹ ਜਾ ਜਾਏ। ਕੀ ਸਮਝਾ ਰਹੇ ਨੇ? ਪਾਤਸ਼ਾਹ ਸਮਝਾਉਣਾ ਕਰ ਰਹੇ ਨੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਟੀਚਰ ਰਹਿ ਜਾਂਦਾ ਹੈ, ਔਰ ਗੁਰਮੁਖੋ ਟੀਚਰ ਤੋਂ ਸਿੱਖਿਆ ਲੈਣ ਵਾਲਾ ਕਿੱਡੇ ਤੋਂ ਕਿੱਡਾ ਡਾਕਟਰ, ਅਫਸਰ, ਇੰਜੀਨੀਅਰ ਬਣ ਜਾਂਦਾ ਹੈ। ਕਹਿ ਤੇ ਪਵਿੱਤ ਸੁਣ ਤੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ। ਸਤਿਗੁਰੂ ਭਰਪੂਰ ਖੁਸ਼ੀ ਵਿੱਚ ਨੇ। ਫਿਰ ਉੱਥੇ ਕਿਰਪਾ ਕੀ ਹੁੰਦੀ? ਸਤਿਗੁਰ ਰਿਹਾ ਭਰਪੂਰੇ ਬਿਨ ਵਣਤ ਨਾਨਕ ਗੁਰ ਚਰਨ ਲਾਗੇ। ਉਹ ਸੱਚੇ ਪਾਤਸ਼ਾਹ ਦੇ ਚਰਨ ਇਸ ਦੇਹੀ ਦੇ ਅੰਦਰੋਂ ਪ੍ਰਗਟ ਹੁੰਦੇ।
ਜੇ ਆਪਾਂ ਇਤਿਹਾਸ ਵਿਚਾਰੀਏ, ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹਿਲਾਂ ਸਾਨੂੰ ਚਰਨ ਪਹੁਲ ਦਿੱਤੀ ਗਈ। ਬਹੁਤ ਇਨਸਾਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਜੀ, ਚਰਨ ਪਹੁਲ ਤੇ ਦਿੱਤੀ ਨਹੀਂ। ਔਰ ਗੁਰਮੁਖ ਪਿਆਰਿਓ, ਚਰਨ ਪਹੁਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚਰਨ ਪਹੁਲ ਦਿੱਤੀ। ਹੁਣ ਚਰਨ ਪਹੁਲ ਕਿਹੜੀ ਹੈ? ਆ ਸਾਡੇ ਪੈਰਾਂ ਵਰਗੇ ਪੈਰ ਨਹੀਂ। ਕਿਹੜੇ ਚਰਨ ਨੇ, ਕਿਹੜੀ ਪਹੁਲ ਹੈ? ਆ ਜਿਸ ਨੂੰ ਆਪਾਂ ਹਰ ਰਸ ਆਖਦੇ ਹਾਂ, ਇਹਨੂੰ ਚਰਨ ਪਹੁਲ ਵੀ ਆਖਿਆ। ਪਰਮਾਤਮਾ ਦੇ ਚਰਨ ਕਿਹੜੇ ਨੇ? ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨ ਵਣਤ ਨਾਨਕ ਗੁਰ ਚਰਨ ਲਾਗੇ। ਚਰਨ ਕਿਹੜੇ ਨੇ? ਵਾਜੇ ਅਨਹਦ ਤੂਰੇ। ਆ ਜਦੋਂ ਅੰਦਰੋਂ ਖੇੜਾ ਵਰਤਦਾ ਹੈ, ਗੁਰਮੁਖੋ ਅਕਾਲ ਪੁਰਖ ਦੀ ਅਨਹਦ ਬਾਣੀ ਨੂੰ ਪਰਮਾਤਮਾ ਦੇ ਚਰਨ ਆਖਿਆ। ਔਰ ਜਦੋਂ ਚਰਨਾਂ ਦੇ ਵਿੱਚ ਧਿਆਨ ਲਾਉਂਦੇ ਆ, ਪ੍ਰੈਕਟੀਕਲੀ ਰਸਨਾ ਤੇ ਆ ਪਾਹਲ ਆਉਂਦੀ ਹੈ, ਜਿਸ ਨੂੰ ਹਰ ਰਸ ਆਖਿਆ, ਬ੍ਰਹਮ ਰਸ ਆਖਿਆ, ਅੰਮ੍ਰਿਤ ਰਸ ਆਖਿਆ, ਉਹ ਪਰਮਾਤਮਾ ਦੀ ਚਰਨ ਪਹੁਲ ਵੀ ਆਖਿਆ। ਜਿਹਨੂੰ ਨਹੀਂ ਆ ਰਹੀ, ਪਾਤਸ਼ਾਹ ਜੀ ਦਾ ਫੈਸਲਾ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਇਹ ਹਰ ਰਸ ਨੂੰ ਹੀ ਚਰਨ ਪਹੁਲ ਆਖਿਆ। ਇਹ ਸਾਡੇ ਅੰਦਰੋਂ ਚੱਲਣੀ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ 10ਵੇਂ ਦਵਾਰ ਵੱਜਿਓ ਤਾਂ ਅੰਮ੍ਰਿਤ ਨਾਮ ਚੋਂ ਆਇਆ ਥਾ। ਪ੍ਰੈਕਟੀਕਲੀ ਅੰਦਰੋਂ ਚੋਂਦਾ ਹੈ। ਇਹ ਗੱਲਾਂ ਕਰਨ ਵਾਲੀਆਂ ਨਹੀਂ ਇਕੱਲੀਆਂ, ਪ੍ਰੈਕਟੀਕਲੀ ਉਹ ਆ ਤਾਲੂਏ ਦੇ ਉੱਤੋਂ ਚੋਏਗਾ, ਕੰਠ 'ਤੇ ਗਿਰੇਗਾ, ਰਸਨਾ ਤੋਂ, ਆ ਦੰਦਾਂ ਤੋਂ ਪ੍ਰੈਕਟੀਕਲੀ ਉਹ ਹਰ ਰਸ, ਅੰਮ੍ਰਿਤ ਰਸ, ਬ੍ਰਹਮ ਰਸ ਆਏਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਆ ਭਰਪੂਰੇ, ਬਿਨ ਬਣਤ ਨਾਨਕ ਗੁਰ ਚਰਨ ਲਾਗੇ। ਚਰਨ ਕਿਹੜੇ ਨੇ? ਵਾਜੇ ਅਨਹਦ ਤੂਰੇ। ਅਨਹਦ ਬਾਣੀ ਕਿਹੜੀ ਹੈ? ਤੇਰਾ ਮੁਖ ਸਾਵਾ ਜੀਓ ਸਹਿ ਧੁਨ ਬਾਣੀ, ਉਸੇ ਨੂੰ ਅਨਹਦ ਬਾਣੀ ਆਖਿਆ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗ। ਗੁਰਸਿੱਖ ਕੀ ਸਮਝਾਉਂਦਾ? ਭਾਈ ਗੁਰਮੁਖਾ ਘਰ ਤੋਂ ਚੱਲ ਕੇ ਸੰਗਤ ਵਿੱਚ ਆਇਆ ਕਰ, ਸੰਗਤ ਵਿੱਚ ਆ ਕੇ ਸੇਵਾ ਕਰ, ਸਿਮਰਨ ਕਰ, ਗੁਰਬਾਣੀ ਪੜ੍ਹ, ਵਿਚਾਰ। ਕੀ ਹੋਏਗਾ? ਤੇਰੇ ਤਨ ਦਾ ਰੋਗ ਕੱਟਿਆ ਜਾਏਗਾ, ਤਨ ਦੇ ਨਾਲ ਨਾਲ ਤੇਰੇ ਮਨ ਦਾ ਰੋਗ ਕੱਟਿਆ ਜਾਏਗਾ। ਬੜਾ ਸੌਖਾ ਕਰਕੇ ਵਿਚਾਰੀਏ, ਕਿਵੇਂ ਕੱਟਿਆ ਜਾਏਗਾ? ਪਾਤਸ਼ਾਹ ਜੀ ਦਾ ਫੈਸਲਾ ਹੈ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਹੁਣ ਇੱਦੋਂ ਸੌਖਾ ਮਾਲਕ ਕਿਵੇਂ ਸਮਝਾ ਦੇ? ਕਹਿੰਦੇ ਗੁਰਮੁਖਾ, ਜੇ ਤੇਰਾ ਮਾਨਸਿਕ ਰੋਗ ਹੈ ਜਾਂ ਤੇਰਾ ਤਨ ਦਾ ਰੋਗ ਹੈ, ਤੂੰ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰ, ਤੇਰੇ ਮਨ ਦਾ ਇਸ਼ਨਾਨ ਹੋਏਗਾ। ਕਿਉਂ? ਕਿਉਂਕਿ ਮਨ ਮੈਲੇ ਤਾਂ ਸਭ ਕੁਛ ਮੈਲਾ। ਤਨ ਧੋਤੇ ਮਨ ਅੱਛਾ ਨਾ। ਰੋਜ਼ ਕਰੀ ਜਾਏ ਇਸ਼ਨਾਨ ਤਨ ਦਾ। ਜੇ ਕਦੇ ਮਨ ਦਾ ਇਸ਼ਨਾਨ ਹੀ ਨਹੀਂ ਕੀਤਾ, ਮਨ ਦਾ ਮੈਲ ਨਹੀਂ ਉਤਰ ਸਕਦੀ। ਇਹ ਮਨ ਦਾ ਕਰਮ ਰੋਗ ਨਹੀਂ ਕੱਟਿਆ ਜਾ ਸਕਦਾ, ਉਸੇ ਤਰ੍ਹਾਂ ਬਰਕਰਾਰ ਰਹੇਗਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਮਨਮੁਖ ਨੇ ਕਰਮਕਾਂਡੀ ਬਣਾ ਕੇ ਰੱਖ ਦਿੱਤਾ, ਗੁਰਮੁਖ ਨੇ ਬੰਧਨਾਂ ਤੋਂ ਮੁਕਤ ਕਰ ਦਿੱਤਾ। ਇੱਥੇ ਫਿਰ ਇੱਕ ਵਾਰ ਬੇਨਤੀ ਕਰ ਦਈਏ, ਇਹ ਨਹੀਂ ਕਿ ਦੁਨੀਆ ਧਾਗੇ ਤਵੀਤ ਨਹੀਂ ਕਰਦੀ, ਕਰਮਕਾਂਡ ਨਹੀਂ ਕਰਦੀ, ਬੜੀ ਕੁਝ ਕਰਦੀ ਹੈ। ਬੜੀ ਦੁਨੀਆ ਤੰਤਰਾਂ ਮੰਤਰਾਂ, ਕਾਲੇ ਇਲਮਾਂ 'ਤੇ ਬੜਾ ਕੁਝ ਵਿਸ਼ਵਾਸ ਕਰਦੀ ਹੈ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜਾ ਗੁਰਸਿੱਖ ਗੁਰਮੰਤਰ ਦਾ ਅਭਿਆਸ ਕਰਦਾ, ਦੁਨੀਆ ਦੇ ਵਿੱਚ ਕਿਸੇ ਤੰਤਰ ਮੰਤਰ ਦਾ ਉਹਦੇ ਜੀਵਨ 'ਤੇ ਅਸਰ ਨਹੀਂ ਹੋ ਸਕਦਾ। ਜਿਹੜਾ ਗੁਰਸਿੱਖ ਗੁਰਮੰਤਰ ਦਾ ਅਭਿਆਸ ਕਰਦਾ, ਦੁਨੀਆ ਦੇ ਕਿਸੇ ਤੰਤਰ ਮੰਤਰ ਦਾ ਉਹਦੇ ਜੀਵਨ 'ਤੇ ਅਸਰ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਮਾਲਕ ਨੇ ਉਸ ਨੂੰ ਗੁਰਮੰਤਰ ਬਖਸ਼ਿਸ਼ ਕੀਤਾ। ਗੁਰਮੰਤਰ ਜਪਾਂਗੇ ਤੇ ਮਨ ਜੋਤ ਸਰੂਪ ਹੈ, ਇਸ ਨੂੰ ਜੋਤ ਮੰਤਰ ਆਖਿਆ। ਸਾਡੇ ਅੰਦਰੋਂ ਜੋਤ ਮੰਤਰ ਪ੍ਰਗਟ ਹੋਏਗਾ, ਅਗਿਆਨਤਾ ਦਾ ਅੰਧੇਰ ਖਤਮ ਹੋਏਗਾ, ਸਾਨੂੰ ਪ੍ਰਕਾਸ਼ ਹੋਏਗਾ। ਜੋਤ ਮੰਤਰ ਪ੍ਰਗਟ ਹੋਏਗਾ ਤਾਂ ਇਸ ਦੇਹੀ ਅੰਦਰੋਂ ਬੀਜ ਮੰਤਰ ਪ੍ਰਗਟ ਹੋਏਗਾ। ਬੀਜ ਮੰਤਰ ਹਰ ਕੀਰਤਨ ਗਾਵੋ ਅੱਗੇ ਮਿਲੇ ਨਥਾਵੇਂ, ਤਾਂ ਆਤਮ ਪ੍ਰਕਾਸ਼ ਨੂੰ ਬੀਜ ਮੰਤਰ ਆਖਿਆ। ਇਹਦੇ ਅੰਦਰੋਂ ਬੀਜ ਮੰਤਰ ਪ੍ਰਗਟ ਹੋਏਗਾ, ਆਤਮ ਪ੍ਰਕਾਸ਼ ਹੋਏਗਾ। ਜੇ ਬੀਜ ਮੰਤਰ ਪ੍ਰਗਟ ਹੋ ਜਾਏ ਤਾਂ ਇਸ ਦੇਹੀ ਅੰਦਰੋਂ ਮੂਲ ਮੰਤਰ ਪ੍ਰਗਟ ਹੋਏਗਾ। ਮੂਲ ਮੰਤਰ ਕਿਹੜਾ? ਇੱਕ ਤਾਂ ਮੂਲ ਮੰਤਰ ਪੜ੍ਹਦੇ ਆ, ਉਹ ਤੇ ਪਹਿਚਾਣ ਹੈ। ਮੂਲ ਮੰਤਰ ਕਿਹੜਾ? ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਅਧੂਰਾ ਇਨਸਾਨ ਉੱਥੇ ਤੱਕ ਪਹੁੰਚ ਨਹੀਂ ਸਕਦਾ। ਔਰ ਗੁਰਮੰਤਰ ਜਪੇ ਬਗੈਰ ਅਸੀਂ ਪੂਰੇ ਨਹੀਂ ਹੋ ਸਕਦੇ। ਕਿਆ ਸਭਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਸੇ ਪੂਰੇ ਪੁਰਖ ਪ੍ਰਦਾਨ। ਉਹਨਾਂ ਨੇ ਪੂਰਨ ਆਖਿਆ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਤੰਦਰੁਸਤ ਹੈ, ਸਦਾ ਤੰਦਰੁਸਤੀਆਂ ਮਾਣੀਏ। ਅਗਰ ਕੋਈ ਕਰਮ ਰੋਗ ਹੈ, ਕੱਟਿਆ ਜਾਏ, ਉਹਦੇ ਲਈ ਆਓ ਅੱਖਾਂ ਬੰਦ ਕਰਕੇ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ 1 ਅੱਧਾ ਮਿੰਟ ਸਿਮਰਨ ਕਰੀਏ, ਕਿਉਂਕਿ 2-3 ਮਿੰਟ ਸਮਾਂ ਉੱਪਰ ਜਾ ਰਿਹਾ।
ਇੱਕ ਅੱਧਾ ਮਿੰਟ ਆਪਾਂ ਸਵਾਸ ਗ੍ਰਹਿ ਸਿਮਰਨ ਕਰੀਏ ਤਾਂ ਕਿ ਸਿਮਰਨ ਦੇ ਨਾਲ ਮਨ ਦੇ ਵਿੱਚ ਆਤਮ ਵਿਸ਼ਵਾਸ ਬਣਦਾ ਹੈ। ਔਰ ਗੁਰਮੁਖ ਪਿਆਰਿਓ, ਫਿਰ ਗੁਰਬਾਣੀ ਸਾਰੀ ਹੀ ਆਤਮ ਬਲ ਹੈ। ਜਦੋਂ ਸਿਮਰਨ ਕਰਕੇ ਅਸੀਂ ਆਪਣੀ ਆਤਮਾ ਦੇ ਸਨਮੁਖ ਹੁੰਦੇ ਹਾਂ, ਗੁਰਬਾਣੀ ਦੇ ਸਨਮੁਖ ਹੁੰਦੇ ਹਾਂ, ਗੁਰਮੁਖ ਪਿਆਰਿਓ, ਜੀਵਨ ਅਗਿਆਨਤਾ ਦੇ ਵਿੱਚ ਨਹੀਂ ਜਾਏਗਾ। ਗੁਰਬਾਣੀ ਸਾਡਾ ਜੀਵਨ ਬਣ ਜਾਏਗਾ, ਜੀਵਨ ਗੁਰਬਾਣੀ ਬਣ ਜਾਏਗੀ। ਇਸ ਜੀਵਨ ਨੂੰ ਜੀਣ ਦਾ ਚਾਉ ਬਣ ਜਾਏਗਾ। ਇਹੋ ਜਿਹੀ ਬਖਸ਼ਿਸ਼ ਹੋ ਜਾਏ, ਕਰਮ ਰੋਗ ਕੱਟੇ ਜਾਣ, ਸਦਾ ਤੰਦਰੁਸਤੀਆਂ ਮਾਣੀਏ। ਉਹਦੇ ਲਈ ਆਓ ਪਾਤਸ਼ਾਹ ਜੀ ਦੇ ਹੁਕਮ ਦੇ ਅਨੁਸਾਰ ਸਵਾਸ ਗ੍ਰਹਿ ਸਿਮਰਨ ਕਰੋ ਜੀ ਸ਼ੁਰੂ। ਵਾਹਿਗੁਰੂ 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 ਜਾਓ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਿਮਰਨ ਕਰਨਾ ਜ਼ਰੂਰੀ ਮਨ ਦਾ ਠਹਿਰਾਓ ਬਣਦਾ ਹੈ। ਗੁਰਬਾਣੀ ਪੜ੍ਹਨਾ, ਸੁਣਨਾ, ਮੰਨਣਾ, ਕਮਾਉਣਾ ਜ਼ਰੂਰੀ ਸਾਡਾ ਜੀਵਨ ਹੈ। ਸੰਗਤ ਕਰਨੀ ਜ਼ਰੂਰੀ ਮਾਲਕ ਬਖਸ਼ਣਹਾਰ ਬਣ ਕੇ ਵਰਤਦਾ ਹੈ। ਤਿੰਨੋਂ ਅਵਸਥਾ ਦੇ ਵਿੱਚ ਜੀਵਨ ਹੈ। ਔਰ ਜੀਵਨ ਦੇ ਵਿੱਚ ਬਾਣੀ ਦਾ ਚਾਉ ਬਣ ਜਾਏ, ਚਾਉ ਬਣ ਜਾਏ ਕਿ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ, ਸਿੱਖੀ ਕੇਸਾਂ ਸੁਆਸਾਂ ਦੇ ਨਾਲ ਨਿਭ ਜਾਏ। ਇਹਦੇ ਲਈ ਸਾਨੂੰ ਵੱਧ ਤੋਂ ਵੱਧ ਸੰਗਤ, ਸੇਵਾ, ਸਿਮਰਨ ਦੇ ਨਾਲ ਜੁੜਨਾ ਚਾਹੀਦਾ। ਇਹੀ ਬੇਨਤੀਆਂ ਹਨ ਪ੍ਰਵਾਨ ਕਰਨੀਆਂ। ਪਾਤਸ਼ਾਹ ਜੀ ਦੀ ਬਖਸ਼ਿਸ਼ ਵਿੱਚ ਵਿਚਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ। ਸੰਗਤ ਤੇ ਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ। ਅਨੇਕਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਬਖਸ਼ੋ ਅਸੀਸ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ